देखो बहुत ही हालात ने ਜਿਹੜੇ ਉਹ ਗੰਭੀਰ ਨੇ। ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ, ਪਰ ਹਰ ਇਨਸਾਨ ਦੀ ਆਪਣੀ ਜ਼ਿੰਮੇਵਾਰੀ ਆ। ਜੋ ਮੈਂ ਪਿਛਲੇ ਦਿਨਾਂ 'ਚ ਮੀਟਿੰਗਸ ਕਰਕੇ ਜਾਂ ਅੱਜ ਲਗਾਤਾਰ ਗੱਲਾਂ ਹੋਈਆਂ, ਚਾਹੇ ਪ੍ਰਾਈਮ ਮਿਨਿਸਟਰ ਮੀਟਿੰਗਸ ਲੈ ਰਹੇ ਆ, ਚਾਹੇ ਚੀਫ ਮਿਨਿਸਟਰ ਅੱਜ ਆਪਣੇ ਪੰਜਾਬ ਦੇ ਹੁਣੀ ਕੁਛ ਚਿਰ ਪਹਿਲਾਂ ਕੋਵਿਡ ਬਾਰੇ ਗੱਲਬਾਤ ਕੀਤੀ ਆ। ਮੇਰੀ ਹੁਣੀ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਆਪਣੇ ਮੰਤਰੀ ਬਲਬੀਰ ਸਿੰਘ ਸਿੱਧੂ ਜੀ ਹੈਲਥ ਮਿਨਿਸਟਰ, ਉਹਨਾਂ ਨਾਲ ਗੱਲ ਹੋਈ। ਦਿੱਲੀ 'ਚ ਹੋਰ ਲੋਕਾਂ ਨਾਲ ਗੱਲ ਹੋਈ, DC ਸਾਹਿਬ ਨਾਲ ਗੱਲ ਹੋਈ। ਇਹ ਗੱਲਾਂ ਸਭ ਕੁਝ ਠੀਕ ਆ। ਇਹ ਗੱਲ ਆਪਾਂ ਇੱਕ ਦੂਜੇ ਤੇ ਸਿੱਟ ਸਕਦੇ ਹਾਂ, ਬਹੁਤ ਸੌਖਾ ਇਹ ਕੰਮ ਕਰਨਾ ਵੀ ਨਹੀਂ ਜੀ ਇਹ ਕੰਮ ਤਾਂ ਸਰਕਾਰ ਦਾ ਸੀ, ਸੂਬਾ ਸਰਕਾਰ ਦਾ, ਨਹੀਂ ਜੀ ਇਹ ਤਾਂ ਸੈਂਟਰ ਸਰਕਾਰ ਦਾ ਸੀ, ਇਹ MP ਦਾ ਸੀ, MLA ਦਾ ਸੀ। ਉਹ ਗੱਲਾਂ ਬਿਲਕੁਲ ਵਾਜਬ ਨੇ, ਤੁਹਾਡਾ ਕਰਨਾ ਬਣਦਾ। ਪਰ ਇਹ ਜਿਹੜੀ ਆ ਨਾ, ਇਹਨੂੰ ਮਹਾਮਾਰੀ ਕਿਉਂ ਕਹਿੰਦੇ ਆ, ਕਿਉਂ ਇਹ ਮਹਾਮਾਰੀ ਹੈ, ਇਹਦੇ ਬਾਰੇ ਕਿਸੇ ਨੂੰ ਕੁਝ ਪਤਾ ਹੀ ਨਹੀਂ। ਹੁਣ ਪਿਛਲੀ ਵਾਰ ਆਪਾਂ ਨੂੰ ਜਦੋਂ ਇਹ ਆਇਆ, ਆਪਾਂ ਨੂੰ ਪਤਾ ਸੀ, ਆਪਾਂ ਕਦੇ ਮਾਸਕ ਜਿਹੜੇ ਆ ਉਹਦੀ ਲੋੜ ਪਈ ਸੀ, ਵੀ ਮਾਸਕ ਵੀ ਕੋਈ ਚੀਜ਼ ਲਾਉਣੀ ਹੈ। ਸੈਨੀਟਾਈਜ਼ਰ ਲਈ ਬੈਠੇ ਆ, ਹੱਥਾਂ 'ਚ ਨਾਲ ਰੱਖੇ ਆ, ਗੱਡੀਆਂ ਕਾਰਾਂ 'ਚ, ਕਦੇ ਆਪਾਂ ਨੂੰ ਸੀ ਪਤਾ ਵੀ ਇਹਦੀ ਲੋੜ ਪੈ ਜਾਏਗੀ। ਹੁਣ ਇੱਕਦਮ ਜਦੋਂ ਲੋੜ ਪਈ ਤੇ ਦੁਕਾਨਾਂ ਤੇ ਜਾਂ ਫੈਕਟਰੀਆਂ 'ਚ ਇਹਦੀ ਘਾਟ ਹੋਣੀ ਸੀ। ਚਲੋ ਉਦੋਂ ਆਪਾਂ ਜਿਵੇਂ ਮਰਜ਼ੀ ਆਪਣੇ ਦੇਸ਼ ਨੇ ਇਹ ਗੱਲਾਂ ਜਿਹੜੀਆਂ ਤੁਸੀਂ ਉਹ ਸਮਝੇ, ਪਰ ਹੁਣ ਉਦੋਂ ਬਾਅਦ ਜਦੋਂ ਆਉਂਦੇ ਕੁਛ ਸਰਦੀਆਂ ਆ ਗਈਆਂ, ਉਹਦੇ ਵਿੱਚ ਫੇਰ ਆਪਾਂ ਇੱਕ ਵਾਰ ਜਮਾ ਧਿਆਨ ਛੱਡ ਦਿੱਤਾ, ਭੁੱਲ ਗਏ ਵੀ ਇਹ ਸ਼ਾਇਦ ਕਿਤੇ ਜਿਹੜਾ ਕਰੋਨਾ ਕੋਵਿਡ ਆ ਇਹ ਨਿਕਲ ਗਿਆ। ਪਰ ਨਾਲ ਦੀ ਨਾਲ ਆਪਣੇ ਨਾਲ ਅੱਜ ਕੱਲ੍ਹ ਤਾਂ ਦੁਨੀਆ ਇੱਕ ਆ। ਲੰਡਨ ਦੇ ਵਿੱਚ, ਇੰਗਲੈਂਡ 'ਚ, ਜਿੱਥੇ ਆਪਣੇ ਬਹੁਤ ਰਿਸ਼ਤੇਦਾਰ, ਆਪਣੇ ਲੋਕ ਸਾਰੇ ਤੁਹਾਨੂੰ ਪਤਾ ਰਹਿੰਦੇ ਆ, ਇਹਦੇ ਨਾਲੋਂ ਵੀ 5 ਗੁਣਾ ਵੱਧ ਉਸ ਹਾਲਾਤ 'ਚੋਂ ਨਿਕਲੇ ਨੇ। ਉਹ ਆਪਣੇ ਨਾਲੋਂ ਵੀ 5 ਗੁਣਾ ਵੱਧ ਜਿਹੜਾ ਉਹ ਉੱਥੇ ਕੋਵਿਡ ਦੀ, ਇਹ ਜਿਹੜਾ ਕਰੋਨਾ ਇਹਦੀ ਮਹਾਮਾਰੀ ਸੀ। ਪਰ ਉਹਨਾਂ ਨੇ ਹੌਲੀ ਹੌਲੀ ਕਰਕੇ, ਚਾਹੇ ਉਹਨਾਂ ਨੇ ਬੰਦਿਸ਼ਾਂ ਲਾਈਆਂ, ਚਾਹੇ ਲੋਕਾਂ ਨੇ ਆਪਣੇ ਆਪ ਨੂੰ ਆਪਣੇ ਰੋਜ਼ ਦੇ ਕੰਮਾਂ ਕਾਰਾਂ 'ਚ ਉਹਨਾਂ ਨੇ ਸੁਧਾਰ ਕੀਤਾ। ਠੀਕ ਆ, ਆਪਾਂ ਪਰ ਉਹਨਾਂ ਦੇ ਬਰਾਬਰ ਉਹ ਦੇਸ਼ ਨਹੀਂ ਗਾ। ਆਪਾਂ ਤਾਂ ਜੇ ਸਾਰਾ ਯੂਰਪ ਮਿਲਾ ਦਿੱਤਾ ਜਾਵੇ ਵਿੱਚ ਹੀ, ਇਹ ਲੰਡਨ, ਇੰਗਲੈਂਡ ਤਾਂ ਆਪਣਾ ਇੱਕ ਇਕੱਲੇ ਦੇਸ਼ ਦੀ ਆਬਾਦੀ ਆ। ਪਰ ਹੁਣ ਮੈਂ ਜਿਹੜੀ ਤੁਹਾਡੇ ਮੂਹਰੇ ਹੱਥ ਜੋੜ ਕੇ ਉਦੋਂ ਵੀ ਬੇਨਤੀ ਕੀਤੀ ਸੀ, ਅੱਜ ਵੀ ਕਰਨ ਲੱਗਿਆ। ਸਭ ਤੋਂ ਪਹਿਲਾਂ ਤਾਂ ਕਈ ਇਸ ਗੱਲ ਦਾ ਗੁੱਸਾ ਕਰਨਗੇ, ਮੈਂ ਦੇਖੋ ਉਦੋਂ ਜਦੋਂ ਆਪਾਂ, ਮੈਨੂੰ ਯਾਦ ਆ ਮੈਂ ਹੁਣੀ ਪੜ੍ਹ ਰਿਹਾ ਸੀ, ਆਪਾਂ ਪਿਛਲੇ ਤਕਰੀਬਨ 25 ਮਾਰਚ ਨੂੰ, ਪਿਛਲੀ 25 ਮਾਰਚ ਨੂੰ 21 ਦਿਨ ਦਾ ਲੋਕਡਾਊਨ ਲਾਇਆ ਸੀ ਪ੍ਰਾਈਮ ਮਿਨਿਸਟਰ ਨੇ। ਤੇ ਮੈਨੂੰ ਲੱਗਦਾ ਆਵਾਜ਼ ਠੀਕ ਆ ਰਹੀ ਹੈ। ਤੇ 21 ਦਿਨ ਦਾ ਲੋਕਡਾਊਨ ਲਾਇਆ ਸੀ। ਉਦੋਂ ਹਜੇ ਬਹੁਤ ਘੱਟ, ਤਕਰੀਬਨ ਮੇਰੀ ਖਿਆਲ ਨਾਲ ਕੁਛ ਹਜ਼ਾਰ ਤੋਂ ਵੀ ਘੱਟ ਹਜੇ ਕੇਸ ਸੀਗੇ ਸਾਡੇ, ਤੇ ਮੌਤਾਂ ਵੀ ਜਿਹੜੀਆਂ ਡੈਥ ਰੇਟ ਸੀਗੀਆਂ ਉਹ ਵੀ ਬਹੁਤ ਹਜੇ ਥੋੜੀਆਂ ਸੀ। ਤਕਰੀਬਨ ਮੇਰੀ ਖਿਆਲ ਨਾਲ 100 ਤੋਂ ਵੀ ਕਿਤੇ ਘੱਟ ਉਸ ਵੇਲੇ ਮੌਤਾਂ ਸੀ ਜਦੋਂ ਉਹ ਲਾਕਡਾਊਨ ਲਾਇਆ ਸੀ। ਪਰ ਚਲੋ ਆਪਾਂ ਡਾਕਟਰ ਨੇ, ਲੋਕਾਂ ਨੇ, ਮੈਡੀਕਲ ਸਟਾਫ ਨੇ ਬਹੁਤ ਜਦੋਜਹਿਦ ਕਰਕੇ ਇੱਕ ਦਿਨ ਇਹ ਆ ਗਿਆ ਸੀ ਵੀ ਆਪਣੇ ਪੰਜਾਬ ਦੀ ਗੱਲ ਤੇ ਮੈਂ ਲੁਧਿਆਣੇ ਦੀ ਕਰਦਾ, ਸਿਰਫ ਇੱਕ ਪੇਸ਼ੈਂਟ ਸ਼ਾਇਦ ਰਹਿ ਗਿਆ ਸੀ ਬੈੱਡ ਤੇ, ਜਿਹੜਾ ਕਿ ਬਹੁਤ ਥੋੜਾ ਉਹਨੂੰ ਸੀ
ਤੇ ਵੱਡੇ ਵੱਡੇ ਨਿਊਜ਼ਪੇਪਰਾਂ 'ਚ ਮੈਂ ਲੁਧਿਆਣੇ ਦੇ ਖਬਰਾਂ ਉਦੋਂ ਵੀ ਆਹ ਜਿਹੜੀਆਂ ਮਸ਼ੀਨਾਂ ਵੱਡੀਆਂ ਵੱਡੀਆਂ ਲਈਆਂ ਸੀ ਉਸ ਵੇਲੇ, ਆਪਾਂ ਜਿਹੜੀਆਂ ਲਾਈਆਂ ਸੀ ਕੱਪੜੇ ਧੋਣ ਲਈ ਮਰੀਜ਼ਾਂ ਦੇ, ਜਦੋਂ ਇੱਕਦਮ ਨੰਦੇੜ ਸਾਹਿਬ ਤੋਂ ਜਦੋਂ ਸੰਗਤ ਤੇ ਹੋਰ NRI ਸਾਰੇ ਇਹ ਰਲ ਕੇ ਬਹੁਤ ਜ਼ਿਆਦਾ ਆਪਣੇ ਆ ਗਏ ਸੀ। ਤੁਹਾਨੂੰ ਯਾਦ ਹੋਣਾ CM ਆਪਣੇ ਸਿਵਲ ਹਸਪੀਟਲ ਦੇ ਮੂਹਰੇ ਬੱਸਾਂ ਖੜੀਆਂ ਸੀ ਤੇ ਉਹ ਪੇਸ਼ੈਂਟ ਬੱਸਾਂ 'ਚ ਬੈਠੇ ਸੀ ਜਦੋਂ ਆਪਾਂ ਅੰਦਰ ਉਹਨਾਂ ਦੇ ਟੈਸਟ ਲੈ ਰਹੇ ਸੀ। ਤੇ ਉਦੋਂ ਬਾਅਦ ਆ ਫੇਰ ਜਿਹੜਾ ਨਵਾਂ ਇਹ ਕੋਵਿਡ ਕਰੋਨਾ ਆਇਆ, ਹੁਣ ਇਹਦੇ ਵਿੱਚ ਚਲੋ ਮਾਸਕ ਸੈਨੀਟਾਈਜ਼ਰ 2 ਗਜ਼ ਦੀ ਜਗ੍ਹਾ ਜਗ੍ਹਾ ਦੂਰੀ ਹੈ ਹੀ, ਪਰ ਇੱਕਦਮ ਆਕਸੀਜਨ ਦੀ ਲੋੜ ਪੈ ਰਹੀ ਹੈ। ਅੱਜ ਜੇ ਮੈਂ ਲੁਧਿਆਣੇ ਦੀ ਗੱਲ ਕਰਾਂ, ਜਿੱਥੇ ਪਹਿਲਾਂ 2700 ਸੀ, ਅੱਜ 3600 ਜਿਹੜੇ ਸਿਲੰਡਰ ਨੇ, 3600 ਸਿਲੰਡਰਾਂ ਦੀ ਸਾਨੂੰ ਆਕਸੀਜਨ ਦੀ ਲੋੜ ਪੈ ਰਹੀ ਹੈ। ਉਹਦੇ ਵਿੱਚ 600 ਤਕਰੀਬਨ ਕੋਵਿਡ ਤੋਂ ਇਲਾਵਾ ਹੈ ਜਿਹੜੇ ਬਹੁਤ ਜ਼ਿਆਦਾ ਬਿਮਾਰ ਨੇ, ਕਿਸ ਦੀ ਡਾਇਲਿਸਿਸ ਕਿਡਨੀਜ਼ ਖਰਾਬ ਨੇ, ਕੋਈ ਬਿਲਕੁਲ ਬਹੁਤ ਸੀਰੀਅਸ ਪੇਸ਼ੈਂਟ ਆ ਹਾਰਟ ਦਾ ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਆ, ਉਹਨਾਂ ਨੂੰ ਛੱਡ ਕੇ ਬਾਕੀ ਜਿਹੜੇ ਆ 3000 ਤੋਂ ਉੱਤੇ ਜਿਹੜੇ ਨੰਬਰ ਨੇ ਇਸ ਵੇਲੇ ਜਿਨ੍ਹਾਂ ਨੂੰ ਆਕਸੀਜਨ ਚਾਹੀਦੀ ਹੈ। ਮੈਂ ਅੱਜ ਕਹਿ ਸਕਦਾ ਤੁਹਾਨੂੰ ਲੁਧਿਆਣੇ 'ਚ ਅਸੀਂ 25% 25 ਹੋਰ ਖਿੱਚ ਕੇ DMC CMC ਜਿਹੜੇ ਹੋਰ ਵੱਡੇ ਹਸਪੀਟਲ ਨੇ, ਤਕਰੀਬਨ 40 ਹਸਪੀਟਲ ਨੇ ਜਿਹੜੇ ਸ਼ਹਿਰ ਛੋਟੇ ਵੱਡੇ ਮਿਲਾ ਕੇ ਜਿਹੜੇ ਇਹਦੇ ਵਿੱਚ ਲੱਗੇ ਹੋਏ ਨੇ, ਅਸੀਂ ਅਰੇਂਜਮੈਂਟ ਆ ਜਿਹੜਾ ਬੈੱਡ ਦਾ ਕਰ ਲਾਂਗੇ। ਕਿਤੇ 250 ਤੱਕ ਲੈ ਗਏ ਆ, ਕਿਤੇ ਵੱਧ ਤੋਂ ਵੱਧ ਹੋਰ ਖਿੱਚ ਕੇ 300 ਤੱਕ ਲੈ ਜਾਵਾਂਗੇ। ਪਰ ਆਪਣੇ ਕੋਲ ਇਹ ਮੰਨਣਾ ਪਊਗਾ ਜਦੋਂ ਮਹਾਮਾਰੀ ਹੈ, ਹਸਪੀਟਲ ਕਿੰਨੇ ਕੁ ਬਣ ਜਾਣਗੇ, ਕਿੰਨੇ ਕੁ ਬੈੱਡ ਜਿਹੜੇ ਆ ਉਹ ਆਪਾਂ ਹਸਪੀਟਲਾਂ 'ਚ ਸਾਰੇ ਲੋਕ ਲੱਖਾਂ ਦੀ ਤਾਦਾਦ 'ਚ ਕੋਈ ਹਸਪੀਟਲ 'ਚ ਕਿਤੇ ਇੰਤਜ਼ਾਮ ਹੋ ਸਕਦਾ ਹੈ? ਕੋਈ ਦੁਨੀਆ ਦਾ ਵੱਡਾ ਤੋਂ ਵੱਡਾ ਦੇਸ਼ ਉਹ ਇੰਤਜ਼ਾਮ ਨਹੀਂ ਕਰ ਸਕਦਾ। 4 ਲੱਖ ਕੇਸ ਆ ਰਹੇ ਆ, 4 ਲੱਖ ਤੋਂ ਉੱਤੇ। ਤੁਸੀਂ ਅੰਦਾਜ਼ਾ ਲਾਓ ਜੇ 4 ਲੱਖ ਦੇ ਵਿੱਚੋਂ 10,000 ਪੇਸ਼ੈਂਟ ਆ ਜਿਹੜਾ ਕੋਈ ਆਕਸੀਜਨ ਦੀ ਸਿਲੰਡਰ ਦੀ ਲੋੜ ਆ, ਬੈੱਡ ਦੀ ਲੋੜ ਆ, ਤੇ ਤੁਸੀਂ ਅੰਦਾਜ਼ਾ ਲਾਓ 10 ਦਿਨਾਂ 'ਚ ਕਿੱਥੇ ਗਿਆ। ਆਪਾਂ ਲੱਖਾਂ ਦੇ ਤਾਦਾਦ 'ਚ ਕਿੱਥੋਂ ਆਕਸੀਜਨ ਸਿਲੰਡਰ ਤੇ ਆਪਾਂ ਇਹ ਪ੍ਰਬੰਧ ਆ ਜਿਹੜੇ ਕਰ ਦਾਂਗੇ। ਹਸਪੀਟਲ ਇਹੋ ਜਿਹੇ ਕਿਹੜੇ ਹਸਪੀਟਲ ਨੇ ਜਿੱਥੇ ਲੱਖਾਂ ਬੰਦਾ ਹੈ? ਇਸ ਕਰਕੇ ਮੈਂ ਇਹ ਕਹਿ ਰਿਹਾ ਸੀ ਹੱਥ ਜੋੜ ਕੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਮੁੱਖ ਮੰਤਰੀ ਸਾਹਿਬ ਨੂੰ, ਕਈ ਲੋਕ ਠੀਕ ਆ ਕਾਰੋਬਾਰ 'ਚ ਬੜਾ ਨੁਕਸਾਨ ਹੋਇਆ, ਪਰ ਇਸ ਚੇਨ ਨੂੰ ਤੋੜਨ ਲਈ ਲਾਕਡਾਊਨ ਕਰਨਾ ਪੈਣਾ ਹੈ। ਉਹ ਤੋਂ ਬਗੈਰ ਹੋਰ ਕੋਈ ਗੁਜ਼ਾਰਾ ਨਹੀਂ ਗਾ। ਜਿਸ ਤਰੀਕੇ ਨਾਲ ਆਪਣੇ ਦੇਸ਼ ਦੀ ਆਬਾਦੀ ਆ, ਪਾਪੂਲੇਸ਼ਨ, ਆਪਾਂ ਇਹ ਉਹ ਗੱਲ ਤਾਂ ਹੈ ਨਹੀਂ ਵੀ ਇੱਕ ਅਨਾਉਂਸਮੈਂਟ ਹੋਈ ਬਾਹਰ ਵਾਂਗੂ ਤੇ ਆਪਾਂ ਅੰਦਰ ਚਲੇ ਗਏ। ਘਰਾਂ ਦੇ ਲੋਕ, ਬਹੁਤ ਲੋਕ ਨੇ ਜਿਨ੍ਹਾਂ ਨੇ ਰੋਜ਼ੀ ਰੋਟੀ ਕਮਾਉਣੀ ਆ, ਠੀਕ ਆ, ਉਹ ਪ੍ਰਬੰਧ ਵੀ ਹੋ ਜਾਣਗੇ ਜਿਹੜੇ ਨੂੰ ਲੋੜ ਆ ਉਹਨਾਂ ਦੇ। ਪਿਛਲੀ ਵਾਰੀ ਵੀ ਹੋਏ ਸਾਰੇ, ਆਟਾ ਦਾਲ ਪਹੁੰਚਾਇਆ ਜਾਊਗਾ, ਪਹੁੰਚਾ ਸਕਦੇ ਹਾਂ ਜਾਂ ਪਹਿਲਾਂ ਹੀ ਅਸੀਂ ਤਿਆਰੀ ਕਰ ਰਹੇ ਹਾਂ। ਪਰ ਅੱਜ ਲਾਕਡਾਊਨ ਜ਼ਰੂਰ ਲਾਉਣਾ ਪਊਗਾ, ਨਹੀਂ ਜਾਨਾਂ ਤੋਂ ਉੱਤੇ ਕੁਛ ਨਹੀਂ ਗਾ। ਮੈਂ ਹੋਰ ਵੀ ਗੱਲਾਂ ਕਰੂੰਗਾ, ਪਰ ਲਾਕਡਾਊਨ ਇਸ ਵੇਲੇ ਜਿੰਨੀ ਮੇਰੀ ਸਮਝ ਆ, ਬੁੱਧੀ ਆ, ਅਕਲ ਆ, ਜਾਂ ਜਿਹੜੇ ਮੈਂ ਜਿਨ੍ਹਾਂ ਨਾਲ ਗੱਲ ਕੀਤੀ ਹੈ, ਡਾਕਟਰ ਗੁਲੇਰੀਆ ਹੈ ਏਮਸ ਦੇ ਹੈਡ ਨੇ, ਉਹਨਾਂ ਨੇ 4 ਦਿਨ ਹੋ ਗਏ ਇਹ ਗੱਲ ਕਹੀ ਵੀ ਲਾਕਡਾਊਨ ਲਾਓ। ਜਦੋਂ ਆਪਣੇ ਕੋਲ 100 ਕੇਸ ਨਹੀਂ ਸੀ, 100 ਤੋਂ ਘੱਟ ਡੈਥਸ ਹੋਈਆਂ ਸੀ, 10 20 15, ਉਦੋਂ ਆਪਾਂ ਲਾਕਡਾਊਨ ਕਰਤਾ 21 ਦਿਨ ਲਈ। ਆਪਾਂ ਇਹ ਗੱਲ ਕਹੀ ਵੀ ਲਕਸ਼ਮਣ ਰੇਖਾ ਏ ਖਿੱਚਤੀ ਤੁਹਾਡੇ ਘਰ ਦੇ ਬਾਹਰ 21 ਦਿਨ। ਮਤਲਬ ਜੇ ਆਪਾਂ ਇਹ ਲਾਕਡਾਊਨ 21 ਦਿਨ ਦਾ ਨਾਂ ਲਾਇਆ ਤਾਂ ਆਪਾਂ 21 ਸਾਲ ਪਿੱਛੇ ਪੈ ਜਾਵਾਂਗੇ। ਤੇ ਅੱਜ 4 ਲੱਖ ਤੋਂ ਉੱਤੇ ਕੇਸ ਨੇ, ਟੈਸਟਿੰਗ ਵੀ ਸਾਡੀ ਖਤਮ ਹੋ ਚੁੱਕੀ ਹੈ ਨਹੀਂ ਕਿ ਸਾਡੇ ਕੋਲ ਸ਼ਮਤਾ ਨਹੀਂ। ਤਾਂ ਜਿਹੜੇ ਬਾਹਰਲੇ ਰਿਪੋਰਟ ਕਰ ਰਹੇ ਆ ਵੱਡੇ ਅਦਾਰੇ, ਉਹ ਦੱਸ ਰਹੇ ਆ ਵੀ ਕੇਸ ਆ ਜਿਹੜੇ ਉਹ ਤਕਰੀਬਨ ਇਸ ਵੇਲੇ 10-12 ਲੱਖ ਕੇਸ ਆ ਜਿਹੜਾ। ਇਹ ਪੈਨਿਕ ਹੋਣ ਦੀ ਗੱਲ ਨਹੀਂ, ਇਹ ਵੀ ਨਹੀਂ ਗੱਲ। ਦੂਜੀ ਵੀ ਇੱਕ ਗੱਲ ਸੁਣੀ, ਦੇਖਿਆ ਹਸਪੀਟਲ ਨੂੰ ਭੱਜ ਲਓ, ਹਸਪੀਟਲ ਜਾ ਕੇ ਹੋਰ ਖਰਾਬ ਹੋਣ ਵਾਲੀ ਗੱਲ, ਉੱਥੇ ਹੋਰ ਔਖੇ ਹੋਣ ਵਾਲੀ ਗੱਲ।
ਜਿੰਨਾ ਚਿਰ ਜੋ ਇਲਾਜ ਕੀਤਾ ਜਾ ਸਕਦਾ, ਮੈਂ ਵੀ ਕੋਵਿਡ ਮੈਨੂੰ ਵੀ ਹੋਇਆ, ਪਰਿਵਾਰ ਨੂੰ ਹੋਇਆ, ਜਿੰਨਾ ਇਲਾਜ ਘਰੇ ਕੀਤਾ ਜਾ ਸਕਦਾ ਉਹਨਾਂ ਚਿਰ ਘਰੇ ਰਹਿਣ ਦੀ ਕੋਸ਼ਿਸ਼ ਕਰੋ। ਇਹ ਪੈਨਿਕ ਦਾ ਮਾਹੌਲ ਨਹੀਂ ਵੀ ਡਰ ਗਏ ਤੇ ਹੋ ਗਿਆ ਤੇ ਹੁਣ ਆਪਾਂ ਹਸਪੀਟਲ ਹੀ ਭੱਜਣਾ ਹੈ, ਇਹ ਕੋਈ ਜ਼ਰੂਰੀ ਨਹੀਂ ਹੈ। ਲੱਖਾਂ ਦੀ ਗਿਣਤੀ ਹੈ ਜਿਹੜੀ ਉਹ ਘਰੇ ਠੀਕ ਹੋ ਰਹੇ ਆ, ਘਰੇ ਆਰਾਮ ਨਾਲ। ਹਾਂ, ਜਦੋਂ ਤੁਸੀਂ ਤੁਹਾਡੇ ਕੋਲ ਅੱਜ ਕੱਲ੍ਹ ਆਕਸੀਮੀਟਰ ਨੇ, ਦੂਜੇ ਆ, ਜਦੋਂ ਆਕਸੀਜਨ ਲੈਵਲ ਤੁਹਾਡਾ ਥੱਲੇ ਜਾ ਰਿਹਾ ਤਾਂ ਜ਼ਰੂਰ ਹਸਪੀਟਲ ਜਾਓ। ਉਦੋਂ ਵੀ ਡਾਕਟਰ ਨਾਲ ਸਲਾਹ ਕਰੋ, ਟੈਲੀਫੋਨ ਤੇ ਗੱਲ ਕਰੋ। ਹਰੇਕ ਦਾ ਡਾਕਟਰ ਕੋਈ ਨਾ ਕੋਈ ਜਾਣ ਪਛਾਣ ਦਾ ਹੁੰਦਾ, ਵੀ ਦੱਸੋ ਹੁਣ ਕੀ ਕੀਤਾ ਜਾਣਾ ਚਾਹੀਦਾ। ਪਰ ਦੋ ਗੱਲਾਂ ਤੈਨੂੰ ਮੈਂ ਕਰਨੀਆਂ, ਬੜਾ ਇਸ ਵੇਲੇ ਤੁਸੀਂ ਮੌਕਾ ਤਾਂ ਨਹੀਂ ਗਾ, ਪਰ ਦੁੱਖ ਹੁੰਦਾ ਇੰਨੀ, ਮੈਂ ਸਮਝਦਾ ਇੰਨਾ ਆਪਣਾ ਐਡਾ ਵੱਡਾ ਦੇਸ਼ ਆ, ਇਸ ਮਹਾਂਮਾਰੀ 'ਚ ਆਪਾਂ ਕਿੰਨਾ ਦਾਨ ਪੁੰਨ ਮੈਂ ਸਮਝਦਾ ਕਰਦੇ, ਲੰਗਰ ਲਾਉਣੇ ਆ, ਜਗਰਾਤੇ ਕਰਦੇ ਆ। ਪਰ ਠੀਕ ਆ, ਤੁਸੀਂ ਕਹੋਗੇ ਸਰਕਾਰਾਂ ਦਾ ਕੰਮ ਹਰ ਕੰਮ ਸਰਕਾਰ ਵੀ ਨਹੀਂ ਕਰ ਸਕਦੀ, ਜਿੰਨਾ ਚਿਰ ਪ੍ਰਾਈਵੇਟ ਪਲੇਅਰ ਵੱਡੇ ਪਹਿਲਾਂ ਤਾਂ ਮੈਨੂੰ ਸ਼ਰਮ ਆਉਂਦੀ ਹੈ, ਇੰਨੀ ਸਖਤੀ ਸਾਨੂੰ ਕਰਨੀ ਪਈ। ਉਹ ਤੁਸੀਂ ਜਿਹੜਾ ਸਿਲੰਡਰ 2000 ਦਾ, ਉਹਨੂੰ ਤੁਸੀਂ 5000 20,000 ਰੁਪਈਆ ਤੁਸੀਂ ਲੈ ਰਹੇ ਹੋ, ਕਿੱਧਰ ਗਈ ਆ ਤੁਹਾਡੀ ਅਕਲ? ਇਹ ਕਹਿ ਨਹੀਂ ਸਕਦੇ ਕਈ ਗੱਲਾਂ ਇੱਥੇ। ਤੁਸੀਂ ਰੋਜ਼ ਸਵੇਰੇ ਧੂਪ ਬੱਤੀ ਦੇ ਕੇ ਸਵੇਰੇ ਚੈਨਲ ਤੁਸੀਂ ਲਾਉਂਦੇ ਹੋ ਸਾਰੇ ਘਰਾਂ ਦੇ ਵਿੱਚ, ਜਿੱਥੇ ਗੁਰਬਾਣੀ ਚੱਲਦੀ, ਜਿੱਥੇ ਮਾਤਾ ਦੀਆਂ ਭੇਟਾਂ ਚੱਲਦੀਆਂ, ਪਰ ਉਹ ਸੁਣ ਕੇ ਤੁਸੀਂ ਕੁਝ ਚੰਦ ਲਓ। ਜਦੋਂ ਤੁਸੀਂ ਆ ਕੇ ਦੁਕਾਨਾਂ ਤੇ ਆਪਣੇ ਬਿਜ਼ਨਸਮੈਨ ਹੋ, ਤੁਹਾਨੂੰ ਇਹ ਸ਼ਰਮ ਨਹੀਂ ਆਉਂਦੀ? ਤੁਸੀਂ 20,000 ਦਾ ਸਿਲੰਡਰ ਦੇ ਰਹੇ ਹੋ, ਉਹਦੀ ਜਾਨ ਜਾ ਰਹੀ ਹੈ ਤੇ ਤੁਸੀਂ ਬਲੈਕ ਕਰ ਰਹੇ ਹੋ, ਇੰਜੈਕਸ਼ਨ ਰੱਖੀ ਬੈਠੇ ਹੋ, 40,000 ਨਾਲ 1.5 ਲੱਖ 'ਚ ਦੇ ਰਹੇ ਹੋ। ਕੀ ਹੋਇਆ ਤੁਹਾਨੂੰ? ਕਿੱਧਰ ਕੀ ਮਿੱਟੀ ਪਲੀਤ ਕਰਾ ਕੇ ਰੱਖਤੀ ਤੁਸੀਂ ਦੁਨੀਆ 'ਚ। ਤੇ ਕੀ ਕਾਲੀ ਬਾਜ਼ਾਰਾ, ਚੋਰ ਬਾਜ਼ਾਰੀ ਕਰ ਲਿਓ ਜਿਹੜਾ ਕੁਝ ਕੰਮ ਕਰਨਾ ਹੋ, ਪਰ ਇਹ ਮਹਾਂਮਾਰੀ 'ਚ ਤੁਸੀਂ ਲੱਗੇ ਹੋਏ ਕੰਮ ਕਰ। ਗੁਰੂਆਂ ਦੀਆਂ ਫੋਟੋਆਂ ਤੁਹਾਡੇ ਮਗਰ ਲੱਗੀਆਂ ਹਰ ਜਗ੍ਹਾ, ਪਿੱਛੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਲੱਗੀਆਂ, ਤੇ ਕਾਹਦੇ ਲਈ? ਫਿਰ ਕੀ ਸਿੱਖਿਆ ਤੁਸੀਂ ਅੱਜ ਤੱਕ? ਇਹ ਜਿਹੜਾ ਸੁਣਦੇ ਹੋ ਹਰ ਵੇਲੇ ਕੰਨਾਂ 'ਚ ਬਾਣੀ, ਹਰ ਚੀਜ਼ ਸ਼ਬਦ, ਤੇ ਉਹਦਾ ਕੋਈ ਅਸਰ ਨਹੀਂ, ਸੁਣ ਕੇ ਕੱਢ ਜਾਂਦੇ ਹੋ ਸਾਰਾ ਕੁਝ। ਮੈਂ ਕੋਈ ਸਿੱਖਿਆ ਦੇਣ ਵਾਲਾ ਨਹੀਂ ਗਾ, ਪਰ ਜੋ ਮੈਂ ਪਿਛਲੇ ਦਿਨਾਂ 'ਚ ਹਾਲਾਤ ਦੇਖੇ ਨੇ ਲੁਧਿਆਣੇ ਦੇ ਵਿੱਚ, ਕਮਾਲ। ਲੁਧਿਆਣੇ ਦੀ ਤਾਂ ਮੈਂ ਇੱਕ ਛੋਟੀ ਉਦਾਹਰਨ ਦਿੰਦਾ। ਇਹ ਜਿਹੜੇ 10-15 ਬੰਦੇ ਹੁੰਦੇ ਆ ਜਿਨ੍ਹਾਂ ਕਰਕੇ ਸਾਨੂੰ ਇਹ ਕਾਲਜ ਦਾ ਟਿੱਕਾ ਸਹਿਣਾ ਪੈਂਦਾ, ਐਂ ਮੁਲਕ 'ਚ ਨੇ ਸਾਰੇ। ਇਹੀ ਮੌਕਾ ਲੱਭਿਆ ਤੁਹਾਨੂੰ ਦਵਾਈਆਂ ਮਹਿੰਗੀਆਂ ਵੇਚਣ ਦਾ। ਅਸੀਂ ਕਹਿ ਥੱਕ ਗਏ ਪਹਿਲਾਂ ਵੀ, ਉਹ ਬਾਈ ਆਪਰੇਸ਼ਨ ਬੰਦ ਕਰ ਦਿਓ, ਕਿਸੇ ਦਾ ਛੋਟਾ ਗੋਡੇ ਦਾ ਆਪਰੇਸ਼ਨ ਹੈ, ਕਿਸੇ ਹੋਰ ਦਾ, ਉਹਨੂੰ ਨਾ ਕਰੋ, ਹਜੇ ਆਕਸੀਜਨ ਦੀ ਲੋੜ ਆ ਹੋਰ ਜਗ੍ਹਾ, ਉਹਨੂੰ ਹਜੇ ਹਫਤਾ ਲੇਟ ਕਰ ਦਿਓ। ਪਰ ਨਹੀਂ, ਉਹ ਪੈਸੇ ਕਮਾਉਣ ਦੇ ਲਈ ਉਹਦੇ ਆਪਰੇਸ਼ਨ ਕਰੀ ਜਾ ਰਹੇ, ਜਿਹਨੇ ਆਕਸੀਜਨ ਉੱਥੇ ਜਿਹੜੀ ਜਾਇਆ ਕੋਵਿਡ ਦੇ ਮਰੀਜ਼ ਦੇ ਲੱਗ ਸਕਦੀ ਆ, ਉਧਰ ਲਾਈ ਜਾ ਰਹੇ। ਇਸ ਕਰਕੇ ਸਖਤੀ ਨਾਲ 2 ਦਿਨ ਨਹੀਂ ਜੀ, ਸੈਟਰਡੇ ਸੰਡੇ ਸਾਡੀ ਤਾਂ ਸੇਲ ਹੀ ਹੁਣ ਹੋਣੀ ਆ ਜੀ। ਅਸੀਂ ਤਾਂ ਇਹ ਆਈਸਕ੍ਰੀਮ ਦੀ ਦੁਕਾਨ ਆ ਜੀ, ਇਹ ਸਾਡਾ ਫਾਸਟ ਫੂਡ ਦੀ ਦੁਕਾਨ ਆ ਜੀ, ਅਸੀਂ ਤਾਂ ਖੋਲ੍ਹਣੀ ਜ਼ਰੂਰ ਆ, ਸਾਡੀ ਤਾਂ ਸੈਟਰਡੇ ਸੰਡੇ ਸੇਲ ਹੁੰਦੀ ਹੈ। ਨਹੀਂ, ਜੇ ਤੁਸੀਂ 2 ਦਿਨ ਨਹੀਂ ਖੋਲੋਗੇ ਤਾਂ ਕੀ ਹੋ ਜੂ? ਜਦੋਂ ਤੁਹਾਡੀ ਦੁਕਾਨ ਤੇ ਤੁਸੀਂ ਕਹੋ ਜੀ ਕੁੱਕ ਫੂਡ ਜਿਹੜਾ ਵੀ ਹੈ ਘਰੇ ਆਊਗਾ, ਅਸੀਂ ਨਹੀਂ ਖੋਲਦੇ, ਕਿਉਂ ਲੱਗੇ ਕਰਫਿਊ, ਕਿਉਂ ਲਾਉਣ ਦੀ ਲੋੜ ਪਵੇ? ਦੁਕਾਨਾਂ ਤੇ ਜਦੋਂ ਖੜੇ ਹੋ ਕੇ ਆਈਸਕ੍ਰੀਮਾਂ ਖਲਵਾ ਰਹੇ ਹੋ ਤੁਸੀਂ ਸਭ ਨੂੰ, ਤੁਸੀਂ ਸਭ ਨੂੰ ਜਿਹੜੇ ਆ ਫਾਸਟ ਫੂਡ ਖਿਲਵਾ ਰਹੇ ਹੋ ਖੜ ਕੇ। ਕੋਈ ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ? ਤੁਸੀਂ ਸਭ ਨੂੰ ਕਹੋ ਜੀ ਭਾਈ ਇੱਥੇ ਖੜ ਕੇ ਨਹੀਂ ਤੁਸੀਂ ਖਾਓ, ਘਰੇ ਲੈ ਜਾਓ, ਜਾਂ ਅਸੀਂ ਘਰੇ ਪਹੁੰਚਾ ਦਿੰਦੇ ਹਾਂ। ਪਰ ਨਹੀਂ, ਇਹ ਕਿਹਦੀ ਜ਼ਿੰਮੇਵਾਰੀ ਹੈ? ਫਿਰ ਇੱਕ ਪੁਲਿਸ ਦਾ ਡੰਡਾ ਹੀ ਰਹਿ ਗਿਆ। ਅਸੀਂ ਨਹੀਂ ਚਾਹੁੰਦੇ ਵੀ ਪੁਲਿਸ ਸਖਤੀ ਕਰੇ, ਪੁਲਿਸ ਕੋਈ ਵੀ ਗੱਲ ਐਸੀ ਕਰੇ ਜਿਹਦੇ ਨਾਲ ਸਾਡੇ ਲੋਕਾਂ ਨੂੰ ਕੋਈ ਤਕਲੀਫ ਹੋਵੇ, ਪਰ ਆਪਾਂ ਕਿਉਂ ਨਹੀਂ ਕਦ ਸੋਚਾਂਗੇ ਇਹ ਗੱਲਾਂ? ਇਸ ਕਰਕੇ ਆ ਮੁਲਕ ਦੇ ਬਾਹਰਲੇ ਹੁਣ ਭੇਜ ਰਹੇ ਆ ਜਹਾਜ਼ ਭਰ ਆਕਸੀਜਨ ਭੇਜ ਰਹੇ ਆ, ਕੋਈ ਹੋਰ ਭੇਜ ਰਿਹਾ, ਪਰ ਆਪਾਂ ਆਪਣੀਆਂ ਜ਼ਿੰਦਗੀਆਂ ਤੋਂ ਉੱਤੇ ਤਾਂ ਕੁਛ ਨਹੀਂ। ਉਹਨੂੰ ਤਾਂ ਆਪਾਂ ਬਚਾ ਕੇ, ਆ ਮਜਬੂਰੀ 'ਚ ਜਿਹਨੇ ਜਾਣਾ ਵਿਚਾਰੇ ਨੇ, ਉਹਨੇ ਤਾਂ ਜਾਣਾ ਹੀ ਆ ਕੰਮ ਕਰਨ। ਅੱਜ ਦੇਖੋ ਇੱਕ ਗੱਲ ਹੋਰ ਮੈਂ ਕਹਿਣਾ, ਅੱਜ ਦੇਖੋ ਵੀ ਭਾਈ ਜਿਹੜੇ ਤੁਹਾਡੇ ਮੁਹੱਲੇ 'ਚ ਕੋਈ ਕਮੀ ਆ ਕਿਸੇ ਨੂੰ, ਉਹਨੂੰ ਕਹਾਂ ਭਾਈ ਬਾਹਰ ਨਾ ਨਿਕਲ, ਅਸੀਂ ਸਾਰੇ 20 ਜਣੇ ਮੁਹੱਲੇ ਵਾਲੇ ਇਕੱਠੇ ਹੋ ਕੇ ਤੇਰੀ ਮਦਦ ਕਰਦੇ ਆ, ਦਿਹਾੜੀ ਵਾਲੇ ਤੈਨੂੰ ਲੋੜ ਨਹੀਂ, ਆ ਲੈ 10,000, ਆ ਲੈ 5,000, 15 ਦਿਨ ਤੂੰ ਨਹੀਂ ਜਾਣਾ ਬਾਹਰ, ਆਪਣੇ ਬੱਚਿਆਂ ਨੂੰ ਵੀ ਰੱਖ, ਅਸੀਂ ਇਕੱਠੇ ਹੋ ਕੇ। ਦੇਖੋ ਅੱਜ ਇਹ ਆਪਣਾ ਧਰਮ, ਇਹ ਸਿਖਾਉਂਦੇ ਆਪਣੇ
ਬਾਣੀ ਗੁਰੂ ਆਪਾਂ ਨੂੰ ਇਹ ਸਿਖਾ ਕੇ ਗਏ ਆ, ਉਹ ਸਾਂਝ ਕੱਢਣਾ। ਇਸ ਵੇਲੇ ਮੌਕਾ ਹੈ ਵੀ ਗਰੀਬ ਆਦਮੀ ਜਿਹੜਾ ਦੇਖੋ ਮਦਦ ਦੀ ਲੋੜ ਆ ਉਹਨੂੰ ਮਦਦ ਕਰੋ। ਮੈਂ ਹੁਣੀ ਸੁਣ ਰਿਹਾ ਸੀ, ਸਾਡੇ ਬਹੁਤ ਹੀ ਮਦਦ ਕਰਦੇ ਆ ਹਮੇਸ਼ਾ ਕੈਂਸਰ ਕੇਅਰ ਵਾਲੇ ਲੰਡਨ ਤੋਂ, ਹਮੇਸ਼ਾ ਕੈਂਸਰ ਮਦਦ। ਅੱਜ ਮੈਂ ਉਹਨਾਂ ਦੀ ਉਹ ਰਿਕੁਐਸਟ ਸੁਣ ਰਿਹਾ ਸੀ, ਉੱਥੇ ਬੈਠੇ ਉਹ ਭਾਵੁਕ ਹੋ ਕੇ ਮਤਲਬ ਉਹਨਾਂ ਦੇ ਅੰਸੂ ਵੀ ਆ ਗਏ। ਉਹ ਮਤਲਬ ਕਹਿੰਦੇ ਇੰਨਾ ਦੁੱਖ ਲੱਗਦਾ ਹੈ ਵੀ ਇਸ ਮੌਕੇ ਅੱਜ ਵੀ ਅਸੀਂ ਪੋਲੀਟੀਕਲ ਪਾਰਟੀਆਂ ਇੱਕ ਦੂਜੇ ਨੂੰ ਮਾੜਾ ਕਹੀ ਜਾਂਦੇ। ਇਹ ਟਾਈਮ ਹੈ ਕੋਈ ਮਾੜਾ ਕਹਿਣ ਦਾ ਇੱਕ ਦੂਜੇ ਨੂੰ? ਸਾਰੇ ਇਕੱਠੇ ਹੋਣ ਦੀ ਲੋੜ। ਮੈਂ ਬਿਲਕੁਲ ਨਹੀਂ ਕਹੂੰਗਾ ਵੀ ਅੱਜ ਦਿੱਲੀ 'ਚ ਕਮੀ ਹੈ ਤਾਂ ਉਹ ਬਾਅਦ 'ਚ ਕਰ ਦਾਂਗੇ ਸਾਰੀਆਂ ਗੱਲਾਂ। ਹਰਿਆਣੇ 'ਚ ਕੋਈ ਕਮੀ ਹੈ ਉਹ ਪੰਜਾਬ ਵਾਲੇ ਨੂੰ ਹਰਿਆਣੇ ਵਾਲੇ ਨੂੰ ਕਹੀ ਜਾਂਦੀ। ਇਹ ਗੱਲਾਂ ਬਿਲਕੁਲ ਇਕੱਠੇ ਹੋ ਕੇ ਇਸ ਵੇਲੇ ਮੈਂ ਆਪਣੀ ਪਾਰਟੀ ਵਾਲਿਆਂ ਨੂੰ ਸਾਰਿਆਂ ਨੂੰ ਕਿਹਾ ਵੀ ਆ। ਕੱਲ੍ਹ ਜਾਖੜ ਸਾਹਿਬ ਨੇ ਇਹ PCC ਇੱਕ ਜਿਹੜਾ ਇਹ ਆਫਿਸ ਪੂਰਾ ਤਿਆਰ ਕੀਤਾ ਹੈ, ਇਹਦੇ ਸੰਬੰਧ 'ਚ ਵੀ ਕੋਈ ਵੀ ਕਿਸੇ ਨੂੰ ਸਮੱਸਿਆ ਆਉਂਦੀ ਹੈ, ਸਾਰੇ ਇਕੱਲੇ ਇਕੱਲੇ ਜਿਵੇਂ ਲੱਗੇ ਸੀ। ਮੈਂ ਬੇਨਤੀ ਕਰਦਾ ਆਪਣੇ ਇਕੱਲੇ ਇਕੱਲੇ ਵਰਕਰ ਨੂੰ, ਜਿਹੜੇ ਇਸ ਵੇਲੇ ਲੀਡਰ ਨੇ ਪਿੰਡਾਂ 'ਚ, ਸਰਪੰਚ ਪੰਚ ਸਾਰੀਆਂ ਐਂਟੀਆਂ ਟੀਮਾਂ ਹੈ, ਸਾਡੇ ਬਲਾਕ ਪ੍ਰਧਾਨ ਜਨਰਲ ਸੈਕਟਰੀ ਜਿਹੜੀ ਪਾਰਟੀਆਂ ਦੀਆਂ ਕਮੇਟੀਜ਼ ਨੇ ਸਾਡੀਆਂ, ਉਹ ਜਿਹੜੇ ਸਾਡੇ ਕਾਉਂਸਲਰ ਤੋਂ ਲੈ ਕੇ ਵਾਰਡ ਪ੍ਰਧਾਨ ਜ਼ਿਲ੍ਹਾ ਪ੍ਰਧਾਨ, ਸਾਰੇ ਜਿਹੜੇ ਇੱਕ ਆਪਣੇ ਆਪਣੇ ਵਾਰਡ ਨੂੰ ਸਾਂਭੋ। ਇਹ ਨਹੀਂ ਵੀ ਤੁਸੀਂ ਕੋਈ ਇਹ ਜ਼ਿੰਮੇਵਾਰੀ ਹੈ ਵੀ ਤੁਸੀਂ ਬਾਹਰ ਫਿਰਨਾ ਨਾ, ਬਹਿ ਕੇ ਫੋਨ ਕਰਕੇ ਇਕੱਲੇ ਇਕੱਲੇ ਨੂੰ ਪੁੱਛੋ ਜਿਹੜੇ ਤੁਹਾਡੇ ਏਰੀਆ 'ਚ ਨੇ ਵੀ ਕਿਸ ਚੀਜ਼ ਦੀ ਲੋੜ ਆ, ਕਿਸ ਚੀਜ਼ ਦੀ ਕਮੀ ਆ। ਕਿਉਂਕਿ ਤੁਸੀਂ ਸਰਕਾਰ ਦੇ ਆਫਿਸਰ ਨਾਲ ਇਨ ਟੱਚ ਹੋ, ਸਰਕਾਰ ਦੇ ਲੋਕਾਂ ਨਾਲ ਇਨ ਟੱਚ ਹੋ, ਆਪਣੇ MLA ਨਾਲ ਇਨ ਟੱਚ ਹੋ, ਉਹਨਾਂ ਤੱਕ ਹਰੇਕ ਤਕਲੀਫ ਪਹੁੰਚਾਓ। ਏਰੀਏ ਦੇ ਜਿਹੜੇ ਲੋਕ ਬਾਹਰ ਨਾ ਜਾਣ, ਵੱਧ ਤੋਂ ਵੱਧ ਨਹੀਂ, ਮੈਂ ਹੱਥ ਜੋੜ ਕੇ ਡਰਾਉਣ ਵਾਲੀ ਗੱਲ ਨਹੀਂ। ਜਿਸ ਤਰੀਕੇ ਨਾਲ 4 ਲੱਖ ਰੋਜ਼ ਦਾ ਕੇਸ ਵੱਧ ਰਿਹਾ, ਕਿੱਥੇ ਰੋਕਾਂਗੇ ਆਪਾਂ ਜਾ ਕੇ? ਜੇ ਉਹਦੇ ਵਿੱਚੋਂ ਮੈਂ ਜਿਵੇਂ ਕਿਹਾ 10-10 ਹਜ਼ਾਰ ਰੁਪਏ, ਕਿੱਥੇ ਬੈੱਡ ਦੇਵਾਂਗੇ? ਆਕਸੀਜਨ ਕਿੱਥੋਂ ਲਿਆਵਾਂ? ਇੱਕ ਆਕਸੀਜਨ ਟੈਂਕਰ ਲਈ, ਉਹਦੇ ਲਈ ਜਿਹੜੇ ਟਰੱਕ ਨੇ ਉਹ ਖੜੇ ਆ, ਕੋਈ ਦੇਹਰਾਦੂਨ ਖੜਾ ਹੈ, ਕੋਈ ਰੁੜਕੀ ਖੜਾ ਹੈ, ਮਿਲ ਨਹੀਂ ਰਹੀ ਕਿਤੋਂ ਆਕਸੀਜਨ। ਇੰਨੀ ਵੱਡੀ ਸ਼ੌਰਟੇਜ ਹੈ। ਤੇ ਇਸ ਕਰਕੇ ਇਹ ਗੱਲਾਂ ਮੈਂ ਤੁਹਾਡੀਆਂ, ਮਤਲਬ ਆਪਾਂ ਇੱਕ ਬੈਗਰ ਆਪਾਂ ਮੰਗਤੇ ਬਣ ਗਏ ਆਪਾਂ ਸਾਰੇ ਦੁਨੀਆ ਦੇ ਮੂਹਰੇ, ਕਿਉਂਕਿ ਅਸੀਂ ਆਪਣਾ ਖਿਆਲ ਹੀ ਨਹੀਂ ਰੱਖਦੇ। ਇਹਨੂੰ ਸਮਝ ਅੱਜ ਵੀ ਨਹੀਂ ਜੀ, ਕਰੋਨਾ ਤਾਂ ਕੋਈ ਹੈ ਨਹੀਂ, ਇਹ ਤਾਂ ਸਰਕਾਰਾਂ ਆਪਣੇ। ਮੈਂ ਤਾਂ ਹੈਰਾਨ ਆ ਉਹ ਲੋਕਾਂ, ਵੱਡੇ ਵੱਡੇ ਸਿਆਣੇ ਲੋਕ ਗੱਲਾਂ ਕਰਨਗੇ, ਜਿਹੜੇ ਆਪਣੇ ਆਪਣੇ ਕਈ ਵੱਡੇ ਲੀਡਰ, ਇਹ ਤਾਂ ਜੀ ਸਰਕਾਰਾਂ ਆਪਣੇ ਲਈ ਵਰਤਦੀਆਂ ਏ। ਇਹ ਜਿਹੜੇ ਹੁਣ ਆ ਲੋਕੀ ਤੜਫਦੇ ਆ ਪਏ ਹਸਪੀਟਲਾਂ 'ਚ, ਆਕਸੀਜਨ ਤੁਸੀਂ ਅੰਦਾਜ਼ਾ ਲਾਓ, ਜਿਵੇਂ ਮਛਲੀ ਨੂੰ ਆਪਾਂ ਕੱਢਦੇ ਆ ਨਾ, ਮਛਲੀ ਨੂੰ ਪਾਣੀ 'ਚੋਂ ਕੱਢ ਕੇ ਉਹ ਤੜਫਦੀ ਆ, ਤੇ ਜਦੋਂ ਪਾ ਦਿੰਦੇ ਆ ਫਿਰ ਉਹ ਇੱਕਦਮ ਉਹ 'ਚ ਜਾਨ ਪੈ ਜਾਂਦੀ ਹੈ। ਉਸ ਤਰੀਕੇ ਨਾਲ ਇਸ ਕੋਵਿਡ 'ਚ ਆਕਸੀਜਨ ਬਗੈਰ ਬੰਦਾ ਤੜਫ ਰਿਹਾ। ਤੁਸੀਂ ਇਹਨੂੰ ਕਹਿੰਦੇ ਹੋ ਨਹੀਂ, ਇਹ ਤਾਂ ਜੀ ਕੁਛ ਵੀ ਨਹੀਂ ਗਾ, ਇਹ ਤਾਂ ਜੀ ਸਰਕਾਰਾਂ ਬਣਾ ਰਹੀਆਂ। ਸਰਕਾਰਾਂ ਨੇ ਕੀ ਕਰਨਾ ਜੀ ਬਣਾ ਕੇ? ਕੋਈ ਐਸਾ ਨਿਰਦਈ ਹੋ ਸਕਦਾ ਹੈ? ਕੋਈ ਸਰਕਾਰਾਂ ਸਾਰੀ ਦੁਨੀਆ ਦੀਆਂ ਸਰਕਾਰਾਂ ਬਣਾ ਰਹੀਆਂ ਹੈ। ਇਹੀ ਇਹ ਬੇਵਕੂਫ ਨੰਬਰ 1 ਟਰੰਪ ਕਹਿ ਰਿਹਾ ਸੀ, ਇਹ ਟਰੰਪ ਕਹਿ ਰਿਹਾ ਸੀ ਇਹੀ ਗੱਲ, ਅਮਰੀਕਾ ਦਾ ਰਾਸ਼ਟਰਪਤੀ। ਕਿੰਨੇ ਲੱਖ ਲੋਕ ਉਹਨੇ ਮਰਵਾਏ, ਕਿੰਨੇ ਲੱਖ ਲੋਕ ਉਹਨੇ ਮਰਵਾਏ। ਤੇ ਅੱਜ ਜਦੋਂ ਚੇਂਜ ਹੋ ਗਈ, ਅੱਜ ਉਹਨਾਂ ਨੇ ਦੇਸ਼ ਆਪਣਾ ਸੁਧਾਰ ਲਿਆ। ਇਸ ਕਰਕੇ ਅੱਜ ਇਹੋ ਜਿਹੀਆਂ ਗੱਲਾਂ ਬਿਲਕੁਲ ਨਾ ਕਹੋ। ਪਿੰਡਾਂ ਦੇ ਵਿੱਚ ਇਹ ਜਾਣ ਲੱਗ ਗਿਆ। ਮੇਰੀ ਬੇਨਤੀ ਆ ਸਾਰੇ ਆਪਣੇ ਪਿੰਡਾਂ ਦੇ ਲੋਕਾਂ ਨੂੰ, ਬਿਲਕੁਲ ਕੁਛ 15 ਦਿਨ ਪਹਿਲਾਂ ਸ਼ਹਿਰ 'ਚ ਆਉਣਾ ਬੰਦ ਕਰ ਦਿਓ। ਬਿਲਕੁਲ ਸ਼ਹਿਰ 'ਚ ਨਾ, ਸ਼ਹਿਰ 'ਚੋਂ ਤੁਸੀਂ ਜਦੋਂ ਲੈ ਕੇ ਜਾਂਦੇ ਹੋ 5 ਬੰਦੇ 10 ਜਾਣੇ, ਉੱਥੇ ਜਾ ਕੇ 100 ਬੰਦੇ ਨਹੀਂ ਹੁੰਦਾ। ਪਿੰਡਾਂ ਵਾਲੇ ਦੁਬਾਰਾ ਆਪਣੇ ਆਪਣੇ ਪਿੰਡਾਂ, ਜਿਵੇਂ ਤੁਸੀਂ ਪਹਿਰੇ ਲਾਏ ਸੀ ਵੀ ਨਹੀਂ ਭਾਈ ਬਾਹਰਲਾ ਨਾ ਆਉਣ ਦੇਣਾ, ਨਾ ਸਾਡਾ ਕੋਈ ਬਾਹਰ ਜਾਊਗਾ, ਇਹ ਦੁਬਾਰਾ ਇਹ ਰੂਟੀਨ ਬਣਾਓ। ਬਹੁਤ ਜ਼ਰੂਰੀ ਹੈ। ਜੇ ਸਰਕਾਰ ਹਜੇ ਲਾਕਡਾਊਨ ਲਾਉਣ ਨੂੰ, ਉਹਨਾਂ ਨੇ ਅੱਜ ਕਿਹਾ ਵੀ ਅਸੀਂ ਦੇਖਣਾ ਹੈ 4 ਜਾਂ 5 ਦਿਨ, ਹਫ਼ਤਾ ਦੇਖਣਾ, ਰੁਕ ਨਹੀਂ ਹੋਣਾ, ਇਹ ਰੁਕਣਾ ਨਹੀਂ ਗਾ। ਲਾਕਡਾਊਨ ਲਾਉਣਾ ਹੀ ਪੈਣਾ ਹੈ। ਜੇ ਆਪਾਂ ਨਹੀਂ ਹਟਾਂਗੇ, ਕੋਈ ਵੀ ਬਹੁਤ ਸਟੇਟਾਂ ਨੇ ਲਾਤਾ ਹੈ, ਚਲੋ, ਪਰ
ਤੁਸੀਂ ਆਪਣੀ ਜ਼ਿੰਮੇਵਾਰੀ ਹੈ ਜਿਹੜੀ। ਇੱਕ ਗੱਲ ਹੋਰ ਮੇਰੀ ਹੱਥ ਦੇਖੋ, ਧਰਮ ਨੂੰ ਤੇ ਵਾਇਰਸ ਨੂੰ ਇਹਨੂੰ ਅਲੱਗ ਰੱਖੋ। ਮੰਦਰ, ਗੁਰਦੁਆਰੇ, ਗਿਰਜਾ ਘਰ ਸਾਰਿਆਂ ਦੇ ਮੌਸ ਜਾਣਾ ਜਿਹੜਾ ਹੈ ਉਹ ਅੱਜ ਕੱਲ੍ਹ ਹਰ ਘਰੋਂ ਮੱਥਾ ਟੇਕਿਆ ਜਾ ਸਕਦਾ। ਰੱਬ ਤਾਂ ਆਪਣੇ ਅੰਦਰ ਆ, ਠੀਕ ਆ, ਉਹ ਗੁਰਦੁਆਰੇ ਮੰਦਰ ਵੀ ਆਪਾਂ ਜਾਣਾ, ਪਰ ਆਹ ਦਿਨਾਂ ਦੇ ਵਿੱਚ ਰੱਬ ਨੂੰ ਘਰੋਂ ਅਰਦਾਸ ਕਰ ਦਿਓ, ਲੋਕਾਂ ਲਈ ਅਰਦਾਸ ਕਰੋ। ਹਰ ਟੀਵੀ ਚੈਨਲ ਤੇ ਤੁਸੀਂ ਦੇਖ ਸਕਦੇ ਹੋ, ਉੱਥੇ ਆਪਣੀ ਪਾਠ ਪੂਜਾ ਹੈ ਉਹ ਕਰੋ। ਪਰ ਥੋੜਾ ਜਿਹੜਾ ਹੈ ਇਹ ਕਿਤੇ ਨਹੀਂ, ਗੁਰੂ ਮਹਾਰਾਜ ਜੀ ਨੇ ਕਿਸੇ ਧਰਮ 'ਚ ਕਿਤੇ ਨਹੀਂ ਇਹ ਗੱਲ ਕਹੀ ਵੀ ਮਹਾਮਾਰੀ ਦੇ ਵਿੱਚ ਤੁਸੀਂ ਮੇਰੇ ਕੋਲ ਜਦੋਂ ਆਉਣਾ ਤੇ ਮਾਸਕ ਖੋਲ੍ਹ ਕੇ ਆਉਣਾ, ਇਹ ਕਿਤੇ ਲਿਖਿਆ ਨਹੀਂ। ਇਸ ਕਰਕੇ ਗੁਰੂ ਮਹਾਰਾਜ ਤੋਂ ਆਪਣੀ ਸਿਹਤ ਲਈ, ਆਪਣੀ ਲੋਕਾਂ ਦੇ ਲਈ, ਆਪਣੇ ਦੇਸ਼ ਲਈ ਮੰਗੋ, ਪਰ ਘਰੋਂ ਬਹਿ ਕੇ ਜਿਹੜਾ ਕਿ ਨਾ ਆਪਾਂ ਐਡਮਿਨਿਸਟ੍ਰੇਸ਼ਨ ਦੀ, ਨਾ ਆਪਾਂ ਗੁਰਦੁਆਰੇ ਮੰਦਰ ਉੱਥੇ ਜਾ ਕੇ ਉਹਨਾਂ ਦੀ ਤਕਲੀਫ ਨੂੰ, ਜਿਹੜੇ ਉੱਥੇ ਦੇ ਪ੍ਰਬੰਧਕ ਨੇ, ਕਿਉਂਕਿ ਜਦੋਂ ਵੀ ਤੁਸੀਂ ਬਾਹਰ ਇਕੱਠੇ ਹੁੰਦੇ ਹੋ, ਜਦੋਂ ਤੁਸੀਂ ਗੱਡੀਆਂ 'ਚ ਜਾਂਦੇ ਹੋ, ਮੂਵਮੈਂਟ ਤਾਂ ਮੂਵਮੈਂਟ ਹੈ ਨਾ। ਇਸ ਕਰਕੇ ਜਦੋਂ ਵੀ ਇਕੱਠ ਹੁੰਦਾ ਉਹਨੂੰ ਆਪਾਂ ਅਵੋਇਡ ਕਰੀਏ। ਮੈਨੂੰ ਲੱਗਦਾ ਤੁਸੀਂ ਮੇਰੀ ਭਾਵਨਾ ਨੂੰ ਸਮਝੋਗੇ। ਮੈਂ ਰੱਬ ਤੋਂ ਇੱਕ ਤਿਨਕਾ ਹੀ ਉਹਨਾਂ ਦਾ ਇਨਸਾਨ ਬਣਾਇਆ ਹੋਇਆ, ਇੱਕ ਤਿਨਕਾ ਹੀ ਮੈਂ, ਕੋਈ ਗੱਲ ਨਹੀਂ। ਪਰ ਮੈਂ ਇੰਨਾ ਬੇਨਤੀ ਜ਼ਰੂਰ ਕਰਦਾ ਵੀ ਇਕੱਠ ਨੂੰ ਉਹਨੂੰ ਅਵੋਇਡ ਆਪਾਂ ਜ਼ਰੂਰ ਕਰੀਏ। ਜਦੋਂ ਆਪਾਂ ਕਹਿੰਦੇ ਹਾਂ ਵੀ ਜਿੱਥੇ ਵੀ ਭੀੜ ਆ, ਜਿੱਥੇ ਵੀ ਹੈ ਤੇ ਉੱਥੇ ਪ੍ਰੋਬਲਮ ਹੋ ਸਕਦੀ ਹੈ, ਇਹ ਮੇਰੀ ਗੱਲ ਨੂੰ ਤੁਸੀਂ ਜ਼ਰੂਰ, ਮੈਂ ਸਮਝਦਾ ਕਿਤੇ ਨਾ ਕਿਤੇ ਇਸ ਗੱਲ ਨੂੰ ਸਮਝੋਗੇ। ਉਸ ਤੋਂ ਬਾਅਦ ਦੋ ਗੱਲਾਂ ਤੁਹਾਡੇ ਨਾਲ ਮੈਂ ਹੋਰ ਕਰਨੀਆਂ। ਇੱਕ ਤਾਂ ਜਿਵੇਂ ਮੈਂ ਕਿਹਾ ਵੀ ਜਿਹੜੇ ਪ੍ਰਾਈਵੇਟ ਹਸਪੀਟਲ ਨੇ, ਤੁਸੀਂ ਇੱਕ ਗੱਲ ਨੂੰ ਸੋਚੋ, ਅੱਜ ਜੇ ਹਸਪੀਟਲ ਦਾ, ਖੈਰ ਮੈਂ ਨਹੀਂ ਕਹੂੰਗਾ, ਕਈ ਡਾਕਟਰਸ ਦੀ ਮੈਂ ਬੇਨਤੀ ਕਰਦਾ ਵੀ ਅੱਜ ਜੇ ਤੁਸੀਂ ਕਿਸੇ ਨੂੰ ਠੀਕ ਕਰ ਦੋਗੇ, ਅੱਜ ਜੇ ਕਿਸੇ ਦਾ ਤੁਸੀਂ ਸਸਤਾ ਇਲਾਜ ਕਰ ਦੋਗੇ, ਮੁਫਤ ਇਲਾਜ ਕਰ ਦੋਗੇ, ਉਹ ਤਾਂ ਸਾਰੀ ਉਮਰ ਲਈ ਤੁਸੀਂ ਖਰੀਦ ਲਿਆ, ਉਹ ਤਾਂ ਤੁਹਾਡਾ ਬਣ ਜੂ ਸਾਰੀ ਉਮਰ। ਜੇ ਕੋਈ ਉਹਨੂੰ ਛਿੱਕ ਵੀ ਆਊ, ਕੱਲ੍ਹ ਨੂੰ ਕੋਈ ਉਹਦਾ ਬੱਚਾ ਬਿਮਾਰ ਹੋਊ, ਤੁਹਾਡੇ ਕੋਲ ਹੀ ਆਊਗਾ। ਜਦ ਅੱਜ ਦੁੱਖ ਦੀ ਘੜੀ ਤੁਸੀਂ ਉਹਦਾ ਇਲਾਜ ਕਰ ਦੋਗੇ, ਅੱਜ ਥੋੜਾ ਉਹ ਤੋਂ ਪੈਸੇ ਕੱਟ, ਅੱਜ ਉਹ ਤੋਂ ਥੋੜਾ ਉਹਦੀ ਮਦਦ ਕਰ ਦਿਓ। ਤੇ ਬਾਕੀਆਂ ਨੂੰ ਮੈਂ ਸਾਰਿਆਂ ਨੂੰ ਕਹਿਣਾ, ਜਿਵੇਂ ਪਿਛਲੀ ਵਾਰ ਆਪਾਂ ਇਹ ਕੀਤਾ ਸੀ, ਪੈਸੇ ਇਕੱਠੇ ਕਰ ਲਈਏ। ਕੁਛ NGOs ਤਾਂ ਲੱਗੀਆਂ ਹੀ ਹੋਈਆਂ, ਕੁਛ ਹੋਰ ਲੋਕਲ ਵੀ ਜਿਹੜੇ ਮੁਹੱਲਾ ਕਮੇਟੀਜ਼ ਨੇ, ਉਹ ਕਿਸੇ ਦੇ ਇਲਾਜ ਕਰ ਸਕਦੀਆਂ ਵੀ ਭਾਈ ਡੋਨੇਸ਼ਨ ਅਸੀਂ ਦੇਣਾ ਚਾਹੁੰਦੇ ਹਾਂ। ਉਹ ਬਹੁਤ ਜ਼ਰੂਰੀ ਹੈ ਇਸ ਵੇਲੇ, ਕਿਉਂਕਿ ਲੋਕਾਂ ਕੋਲ ਇੰਨਾ ਪੈਸਾ ਨਹੀਂ ਜਿੰਨਾ ਇਸ ਬਿਮਾਰੀ 'ਤੇ ਪੈਸਾ ਲੱਗਦਾ ਹੈ। ਪ੍ਰਾਈਵੇਟ ਕਈ ਵਾਰ ਇਹ ਹੁੰਦਾ, ਹਰੇਕ ਬੰਦਾ ਸਰਕਾਰੀ ਹਸਪੀਟਲ 'ਚ ਨਹੀਂ ਜਾਣਾ ਚਾਹੁੰਦਾ, ਉਹ ਅੱਜ ਉਹ ਗੱਲ ਨਹੀਂ ਕਰਾਂਗੇ। ਪਰ ਇਹ ਜ਼ਰੂਰ ਬਣਾਓ ਆਪਣੇ ਆਪਣੇ ਮੁਹੱਲਾ ਕਮੇਟੀਆਂ, ਕੁਝ ਪੈਸਾ ਇਕੱਠਾ ਕਰਕੇ ਵੀ ਅਸੀਂ ਭਾਈ ਜੇ ਕਿਸੇ ਬਹੁਤ ਮੁਸ਼ਕਿਲ 'ਚ, ਕਿਉਂਕਿ ਕਈ ਵਾਰ ਬੰਦਾ ਕਹਿੰਦਾ ਵੀ ਨਹੀਂ, ਅੱਜ ਕੱਲ੍ਹ ਇਹ ਬਹੁਤ ਵੱਡੀਆਂ ਸਮੱਸਿਆ, ਆਪਣੇ ਆਪ ਨੂੰ ਨਹੀਂ ਬੰਦਾ ਦਿਖਾ ਸਕਦਾ, ਪਰ ਆਪ ਪਤਾ ਕਰੋ, ਆਪ ਮਦਦ ਕਰਨ ਦੀ ਕੋਸ਼ਿਸ਼ ਕਰੋ। ਦੂਜੀ ਗੱਲ, ਇੱਕ ਤਾਂ ਇਹ ਸਭ ਤੋਂ ਵੱਡੀ ਜ਼ਰੂਰੀ ਆ, ਤੇ ਜਿਹੜੀ ਮੈਂ ਦਾਨ ਵਾਲੀ ਗੱਲ ਕਹੀ ਹੈ, ਆਪਾਂ ਦਾਨ ਜਿਹੜਾ ਸਮਝ ਲਓ ਗੁਰਦੁਆਰੇ ਮੰਦਰ ਆਪਾਂ ਕਰਨਾ ਹੈ, ਪਰ ਆ ਥੋੜਾ ਚਿਰ, ਆ 3 ਮਹੀਨੇ ਸਾਲ ਆਪਾਂ AC ਮੰਦਰ ਗੁਰਦੁਆਰੇ, ਪੱਖੇ ਮੰਦਰ ਗੁਰਦੁਆਰੇ, ਗਲੀ ਜਿਹੜੇ ਵਧੀਆ ਥੱਲੇ ਵਿਛਾਉਣ, ਜੋ ਵੀ ਚੀਜ਼ਾਂ ਹੈ, ਉਹ ਆਪਣਾ ਦੇਸ਼ ਇੰਨਾ ਅਮੀਰ ਨਹੀਂ ਹੈ, ਇਹ ਮੰਨਣਾ ਪਊਗਾ ਜਿਸ ਸਾਲ। ਤੇ 1 ਸਾਲ ਲਈ ਜਿਹੜਾ ਵੀ ਆਪਾਂ ਦਾਨ ਗੁਰਦੁਆਰੇ ਮੰਦਰ ਕਰਨਾ ਚਾਹੁੰਦੇ ਹਾਂ, ਉਹ ਆਪਾਂ ਹਸਪੀਟਲ 'ਚ ਕਰੀਏ। ਹਸਪੀਟਲ ਬਣਨ ਵਧੀਆ, ਉੱਥੇ ਪੈਸਾ ਪਿਆ ਹੋਵੇ, ਕੋਈ ਵੀ ਮਰੀਜ਼ ਆਵੇ ਉਹਦੇ ਲਈ। ਤੇ ਪਰ ਜਿਹੜੀਆਂ ਹੋਰ ਮਸ਼ੀਨਾਂ, ਹੋਰ ਜੋ ਕੁਛ ਵੀ ਚਾਹੀਦਾ, ਉਹ ਆਪਾਂ 1 ਸਾਲ ਲਈ ਜਿਹੜਾ ਹੈ ਆਪਣੇ ਇਹ ਸੁਧਾਰ ਲਿਆਈਏ ਇਸ ਤਰੀਕੇ ਨਾਲ। ਜਿਵੇਂ ਆਪਾਂ ਆਪਣੇ ਗੁਰਦੁਆਰੇ ਮੰਦਰ ਵਧੀਆ ਬਣਾਏ, ਉਹ ਆਪਾਂ ਇਸ ਤਰੀਕੇ ਨਾਲ ਹਸਪੀਟਲ ਬਣਾਈਏ। ਇਹ ਆਪਾਂ ਕਹਿ ਕੇ ਨਹੀਂ ਵੀ ਅੱਜ ਤੱਕ ਤਾਂ ਹੁਣ ਕਿਉਂ ਤੁਸੀਂ ਕਹਿ ਰਹੇ ਹੋ ਵੀ ਅੱਜ ਤੱਕ ਤੁਸੀਂ ਸੁੱਤੇ ਪਏ ਸੀ, ਅੱਜ ਤੁਸੀਂ ਇਹ ਗੱਲ ਕਰ ਰਹੇ ਹੋ ਸਰਕਾਰਾਂ ਨੇ ਕੀ ਕੀਤਾ ਹੈ। ਉਹ ਇੱਕ ਵਿਸ਼ਾ ਅਲੱਗ ਲੈ ਕੇ ਆਪਣੀ ਡਿਊਟੀ
ਆਪਣਾ ਕੰਮ ਆ ਜਿਹੜਾ ਉਹ ਤੇ ਆਪਾਂ ਉਹਨੂੰ ਜ਼ਿੰਮੇਵਾਰੀ ਸਮਝੀਏ। ਜਿਹੜਾ ਨਹੀਂ ਕਰਦਾ ਉਹਨੂੰ 5 ਸਾਲ ਬਾਅਦ ਤੁਸੀਂ ਬਦਲ ਸਕਦੇ ਹੋ, ਤੁਹਾਡੇ ਕੋਲ ਉਹ ਅਖਤਿਆਰ ਹੈਗਾ, ਉਦੋਂ ਅਗਲੇ ਨਾਲ ਉਹ ਹਿਸਾਬ ਉਦੋਂ ਕਰੋ। ਪਰ ਹੁਣ ਇਹ ਨਹੀਂ ਸਰਕਾਰਾਂ ਤੇ ਛੱਡ ਕੇ ਸਰਕਾਰ ਕੀ ਕਰਦੀ ਆ ਨਹੀਂ ਕਰਦੀ, ਆਪਾਂ ਆਪ ਜ਼ਿੰਮੇਵਾਰੀ ਆਪਣੀ ਇੱਕ ਦੇਸ਼ ਵਾਸੀ ਹੋਣ ਦੀ, ਕਿਉਂਕਿ ਆਪਣਾ ਦੇਸ਼ ਹੈ ਜਿਹੜਾ, ਆਪਾਂ ਰਾਸ਼ਟਰਵਾਦੀ ਆਪਣੇ ਆਪ ਨੂੰ ਕਹਿੰਦੇ ਆ, ਹੈ ਵੀ, ਤੇ ਉਹ ਰਾਸ਼ਟਰਵਾਦੀ ਕਦ ਦਿਖਾਵਾਂਗੇ ਹੋਰ ਆਪਾਂ ਆਪਣੇ ਦੇਸ਼ ਲਈ ਆਪਣੀ ਕਦ ਆਪਣੀ ਜਿਹੜੀ ਜ਼ਰੂਰਤ ਆ ਆਪਣੇ ਅੱਜ ਆਪਣੇ ਦੇਸ਼ ਨੂੰ, ਆਪਣੇ ਸੂਬੇ ਨੂੰ, ਤੇ ਅੱਜ ਆਪਾਂ ਕਿਉਂ ਨਾ ਕੁਝ ਕਰਕੇ ਦਿਖਾਈਏ। ਤੇ ਇਹ ਬਹੁਤ ਜ਼ਰੂਰੀ ਹੈ, ਦਾਨ ਦੀ ਦਿਸ਼ਾ, ਇਹਨੂੰ ਸ਼ਕਲ ਨੂੰ ਜ਼ਰੂਰ ਆਉਣ ਵਾਲੇ ਦਿਨਾਂ 'ਚ ਬਦਲੋ। ਤੇ ਵੱਧ ਤੋਂ ਵੱਧ ਜਿਹੜਾ ਹੈ, ਮੈਂ ਲੁਧਿਆਣੇ ਬਹੁਤ ਵੱਡੇ ਇੰਡਸਟਰੀਜ਼ ਤੇ ਬਹੁਤ ਗਰੀਬ ਹੀ ਆਮ ਨੇ ਜਿਹੜੇ ਆਪਣੇ ਜਨਮ ਦਿਨ ਵਾਲੇ ਦਿਨ, ਆਪਣੇ ਬਜ਼ੁਰਗਾਂ ਦੇ ਜਨਮ ਦਿਨ ਵਾਲੇ ਦਿਨ, ਜਿਨ੍ਹਾਂ ਦੀ ਡੈਥ ਹੋ ਗਈ, ਜਾਂ ਉਹ ਇਹ ਕੋਸ਼ਿਸ਼ ਕਰਦੇ ਆ ਵੀ ਅਸੀਂ ਕੁਛ ਨਾ ਕੁਛ ਹਸਪੀਟਲ 'ਚ ਅੱਜ ਦਾਨ ਕਰੀਏ। ਉਹ ਵੀ ਲੋਕਾਂ ਦੀ ਸੋਚ, ਤੇ ਇਹ ਮੈਂ ਸਮਝਦਾ ਹੋਰ ਲੋਕਾਂ ਨੂੰ ਤੁਸੀਂ ਕਹੋਗੇ ਸਿੱਖਿਆ ਦੇ ਰਹੇ ਆ। ਜੋ ਮੇਰੇ ਕੋਲ ਲੋਕਾਂ ਨਾਲ ਮੈਂ ਗੱਲ ਕਰਕੇ, ਜੋ ਮੇਰੇ ਕੋਲ 4 ਗੱਲਾਂ ਮੈਨੂੰ ਸਮਝ ਗਿਆ, ਮੈਂ ਕਿਹਾ ਮੈਂ ਜ਼ਰੂਰ ਇੱਕ ਮੈਂਬਰ ਪਾਰਲੀਮੈਂਟ ਹੋਣ ਨਾਤੇ ਜ਼ਰੂਰ ਲੋਕਾਂ ਦੇ ਮੂਹਰੇ ਰੱਖਾਂ, ਇਹ ਗੱਲਾਂ ਕਹਾਂ, ਕਿਉਂਕਿ ਇਹ ਮੰਨਣਾ ਪਊ ਅੱਜ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਹਾਲਾਤ ਤੁਹਾਡੇ ਮੂਹਰੇ, ਆਪਾਂ ਉਸ ਨੂੰ ਕਿੰਤੂ ਪਰੰਤੂ ਆ ਜਿਹੜਾ ਉਹ ਕਰਨ ਦਾ ਟਾਈਮ ਨਹੀਂ ਗਾ। ਸ਼ਮਸ਼ਾਨ ਘਾਟ, ਕਬਰਿਸਤਾਨ, ਉਹਨਾਂ 'ਚ ਤਾਂ ਬਾਰੀ ਨਹੀਂ ਆ ਰਹੀ। ਮੈਂ ਲੁਧਿਆਣੇ ਦੀ ਤੁਹਾਨੂੰ ਗੱਲ ਦੱਸ, ਉਦੋਂ ਮੈਂ ਹੈਰਾਨ ਹੋ ਗਿਆ। ਮੈਂ ਡੀਸੀ ਸਾਹਿਬ, ਕਮਿਸ਼ਨਰ ਕਾਰਪੋਰੇਸ਼ਨ, ਮੇਅਰ ਸਾਹਿਬ ਅਸੀਂ ਬੈਠੇ, ਉਹ ਕਹਿੰਦੇ ਜੀ ਕੱਲ੍ਹ ਕੀ ਹੋਇਆ, ਕਿਉਂਕਿ ਇੱਕ ਜਦੋਂ ਕਰੋਨਾ ਦਾ ਪੇਸ਼ੈਂਟ ਆ, ਉਹ ਜੇ ਡੈਥ ਹੋ ਜਾਂਦੀ ਆ 2 ਤੋਂ 3 ਘੰਟੇ ਲੱਗਦੇ ਆ ਉਹਦਾ ਸੰਸਕਾਰ ਕਰਨ। ਬਈ ਜੇ 4 ਡੈਥ ਹੋ ਗਈਆਂ, 5 ਹੋ ਗਈਆਂ, ਤੇ ਡੈਡ ਬੋਡੀ ਆ ਰਹੀ ਆ, ਤੇ ਇੱਕ ਦਾ ਸੰਸਕਾਰ 2 ਘੰਟੇ, ਦੂਜੇ ਦਾ 4 ਘੰਟੇ ਹੋ ਗਏ, ਤੀਜੇ ਦਾ 6 ਘੰਟੇ, 8-8 ਘੰਟੇ ਜਿਹੜੇ ਆ ਉਹ ਰਿਸ਼ਤੇਦਾਰ ਰੋਂਦੇ ਲਾਉਂਦੇ। ਇੱਕ ਤਾਂ ਉਹ ਸਾਰੇ PPE ਕਿੱਟਾਂ ਪਾ ਕੇ ਉਹ ਖੜੇ। ਇਸ ਕਰਕੇ 9 ਸ਼ਮਸ਼ਾਨ ਘਾਟ ਨੇ ਜਿਹੜੇ ਉਹ ਅੱਗੇ ਬਣਾਉਣੇ ਪਏ ਉਹਨਾਂ ਦੇ ਜਿਹੜੇ। ਤੇ ਲੋਕ, ਮੈਂ ਉਦੋਂ ਹੀ ਕਿਹਾ, ਮੈਂ ਕਿਹਾ ਉਹ ਵਿਚਾਰੇ ਜਿਹੜੇ ਅੱਜ ਤੱਕ ਜਦੋਂ ਕੋਈ ਘਰ ਦਾ ਨੇੜੇ ਨਹੀਂ ਆਉਂਦਾ ਸੀ। ਮੈਨੂੰ ਇਹ ਯਾਦ ਆ ਜਦੋਂ DSP ਆਪਣੇ ਪਹਿਲੀ ਵਾਰ ਉਹਨਾਂ ਦੀ ਡੈਥ ਹੋਈ, ਤੇ ਨੌਜਵਾਨ ਸਾਥੀ ਕੁਛ ਮੇਅਰ ਸਾਹਿਬ ਦੇ ਵਾਰਡ 'ਚੋਂ ਮੂਹਰੇ ਆਇਆ, ਅੱਜ ਵੀ ਉਹ ਸੰਸਕਾਰ ਕਰ ਰਹੇ ਆ। ਤੇ ਉਹਨਾਂ ਨੇ ਅੱਗੇ ਮੁੰਡੇ ਹੁਣ ਆਪਣੇ ਹੋਰ ਗਰੁੱਪ ਦੇ ਕਿਹਾ ਵੀ ਅਸੀਂ ਹੋਰ 20 ਮੁੰਡੇ ਅਸੀਂ ਇਕੱਠੇ ਹੋ ਕੇ ਜਿਹੜਾ ਹੈ ਇਸ ਤਰੀਕੇ ਨਾਲ ਆਪਣੀ ਸੰਵੇਦਨਾ ਵਾਲੇ ਨੇ ਜਿਹੜੇ ਐਂਬੂਲੈਂਸ ਸੇਵਾ ਕਰਦੇ ਆ। ਇਹ ਸਰਕਾਰ ਨਹੀਂ ਕਰ ਰਹੀ, ਇਹ ਆਮ ਲੋਕ ਕਰ ਰਹੇ ਆ। ਇੱਥੇ ਤਾਂ ਸੰਸਕਾਰ ਕਰਨ ਨੂੰ ਕੋਈ ਇੱਥੇ ਸਭ ਭੱਜ ਗਏ ਸੀ। ਤੁਹਾਨੂੰ ਯਾਦ ਹੋਣਾ ਜਦੋਂ ਭਾਈ ਨਿਰਮਲਜੀਤ ਜੀ ਕਿੰਨੇ ਵੱਡੇ ਰਾਗੀ ਸੀ, ਸੰਸਕਾਰ ਕਰਨ ਨੂੰ ਜਗ੍ਹਾ ਨਹੀਂ ਦਿੱਤੀ ਸ਼ਮਸ਼ਾਨ ਘਾਟ। ਤਾਂ SDM ਦੇ ਉੱਥੇ ਤੇ ਉਹਨਾਂ ਦੇ ਬੇਟਾ ਕਿਤੇ ਕਾਲੀ ਜਗ੍ਹਾ 'ਚ ਜਾ ਕੇ, ਐਡੇ ਵੱਡੇ ਮਹਾਨ ਕੀਰਤਨੀਏ ਰਾਗੀ ਸਾਡੇ ਦਰਬਾਰ ਸਾਹਿਬ ਦੇ, ਉਹਨਾਂ ਨੂੰ ਬਾਹਰ ਜਾ ਕੇ ਸੰਸਕਾਰ ਖਾਲੀ ਜਗ੍ਹਾ 'ਚ ਰਾਤ ਨੂੰ ਕਰਨਾ ਪਿਆ। ਤੇ ਇਹ ਦੇਖੋ ਹਾਲਾਤ ਕੀ ਨੇ। ਤੇ ਅੱਜ ਤੱਕ ਲਾਈਨਾਂ ਲੱਗੀਆਂ ਪਈਆਂ। ਤੇ ਇਸ ਕਰਕੇ ਪੰਜਾਬ 'ਚ ਹਰ ਰੋਜ਼ ਸੈਂਕੜੇ ਤੋਂ ਉੱਤੇ ਜਿਹੜਾ ਉਹ ਅੰਕੜਾ ਜਿਹੜਾ ਉਹ ਟੱਪਿਆ ਹੁੰਦਾ। ਤੇ ਪੰਜਾਬ 'ਚੋਂ ਲੁਧਿਆਣਾ ਜਦੋਂ ਟੌਪ ਤੇ ਆ ਜਾਂਦਾ, ਕਿਉਂਕਿ ਸਭ ਤੋਂ ਵੱਡਾ ਸ਼ਹਿਰ ਹੈ, ਬਰਾਬਰ ਕੋਈ ਸ਼ਹਿਰ ਹੀ ਨਹੀਂ, ਕਈ ਸ਼ਹਿਰ ਮਿਲਾ ਕੇ ਲੁਧਿਆਣਾ ਬਣਦਾ ਹੈ। ਤੇ ਸਭ ਤੋਂ ਵੱਧ ਆਬਾਦੀ ਆ, ਪਾਪੂਲੇਸ਼ਨ ਸੰਘਣੀ ਆਬਾਦੀ ਆ। ਇਸ ਕਰਕੇ ਪਿੰਡਾਂ ਵਾਲੇ ਬੇਨਤੀ ਆ, ਖਾਸ ਤੌਰ ਲੁਧਿਆਣੇ 'ਚ ਜਿਹੜਾ ਉਹ ਆਉਣ ਦਾ, ਜਾਂ ਵੱਡੇ ਸ਼ਹਿਰਾਂ 'ਚ ਖੰਨਾ, ਜਗਰਾਓਂ, ਇਹ ਮਾਛੀਵਾੜਾ, ਸਮਰਾਲਾ, ਰੈਕੋਟ, ਇਹ ਵੱਡੇ ਸ਼ਹਿਰ ਨੇ ਜਿਹੜੇ, ਇਹਨਾਂ 'ਚ ਥੋੜ੍ਹਾ ਜਿਹਾ ਕੁਛ ਦਿਨਾਂ ਲਈ ਆਪਣਾ ਪਰਹੇਜ਼ ਕਰਨ। ਕੋਈ ਗੱਲ ਨਹੀਂ, ਪਰਮਾਤਮਾ ਜ਼ਿੰਦਗੀ ਨੂੰ ਜੋ ਮਰਜ਼ੀ ਅੱਗੇ ਟਾਈਮ, ਜੇ ਜ਼ਿੰਦਗੀ ਨਹੀਂ ਤਾਂ ਫਿਰ ਕੁਛ ਨਹੀਂ। ਤੇ ਇਸ ਕਰਕੇ ਇਹ ਲਾਜ਼ਮੀ ਆ। ਹੋਰ
ਇੱਕ ਮੀਡੀਆ ਬਹੁਤ ਅੱਜ ਉਹਨਾਂ ਲਈ, ਚਲੋ ਕਿਉਂਕਿ ਇਹ ਵੀ ਫਸਟ ਲਾਈਨ 'ਚ ਨੇ, ਇਹਨਾਂ ਦੀ ਅੱਜ ਵੈਕਸੀਨੇਸ਼ਨ ਦੀ ਗੱਲ ਸੀਐਮ ਸਾਹਿਬ ਨੇ ਕੀਤੀ ਹੈ। ਪੋਜ਼ਿਟਿਵ ਖਬਰਾਂ ਹੈ ਜਿਹੜੀਆਂ, ਕਿਉਂਕਿ ਲੋਕ ਅੰਦਰ ਐਂਜ਼ਾਈਟੀ ਆ, ਚਾਹੇ ਡਿਪਰੈਸ਼ਨ 'ਚ ਆ ਰਹੇ ਆ, ਹਰ ਵੇਲੇ ਸਿਵੇ ਦੇਖ ਕੇ, ਹਰ ਵੇਲੇ ਹਸਪੀਟਲ ਚੀਕ ਚਿਹਾੜਾ ਦੀ, ਬੱਚੇ ਘਬਰਾਏ ਪਏ ਆ। ਤੇ ਮੈਂ ਸਮਝਦਾ ਖਬਰ ਅਸਲੀਅਤ ਦੱਸਣੀ ਆ, ਇਹ ਨਹੀਂ ਹੈ ਕਿਸੇ ਨੂੰ ਨਹੀਂ ਦੱਸਣੀ, ਪਰ ਥੋੜ੍ਹਾ ਉਹਦੇ ਵਿੱਚੋਂ ਪੋਜ਼ੀਟਿਵ ਨਿਊਜ਼ ਵੀ, ਚੰਗੀਆਂ ਨਿਊਜ਼ ਵੀ ਜਿਹੜੀਆਂ ਹੈ ਉਹਦੇ ਲਈ ਵੀ ਜਿਹੜਾ ਹੈ ਉਹ ਜ਼ਰੂਰੀ ਆ। ਮੈਂ ਆਪਣੇ ਲੁਧਿਆਣੇ ਦੇ ਸਾਥੀਆਂ ਨੂੰ ਇਹ ਗੱਲ ਜ਼ਰੂਰ ਬੇਨਤੀ ਕਰੂੰਗਾ, ਕਿਉਂਕਿ ਬਹੁਤ ਇਹ ਮਹਾਮਾਰੀ 'ਚ ਲੋਕਾਂ ਦੇ ਉੱਤੇ ਸਟ੍ਰੈਸ ਆ, ਲੋਕ ਬਹੁਤ ਘਬਰਾਏ ਹੋਏ ਆ। ਸਹੀ ਖਬਰ ਦੇਣੀ ਦੇਣੀ ਆ ਉਹਨਾਂ ਤੱਕ, ਪਰ ਉਹਨਾਂ ਨੂੰ ਪੋਜ਼ੀਟਿਵ ਵੀ ਆਪਣਾ ਜਿਹੜਾ ਰੱਖਣਾ, ਉਹ ਵੀ ਆਪਣਾ ਇਹ ਕੰਮ ਆ। ਦੇਖੋ ਹਸਪੀਟਲ ਨੇ ਜਿਹੜੇ ਇਸ ਵੇਲੇ ਉਹ ਪਹਿਲਾਂ ਓਵਰ ਕਰਾਊਡਡ ਨੇ, ਭਰੇ ਪਏ, ਇਸ ਕਰਕੇ ਇਹ ਮੈਂ ਡਰਾਉਣ ਵਾਲੀ ਗੱਲ ਨਹੀਂ ਕਰਦਾ। ਪਰ ਜਦੋਂ ਦਿੱਲੀ ਵਰਗੇ ਸ਼ਹਿਰ 'ਚ ਜਿਹੜਾ ਨੈਸ਼ਨਲ ਕੈਪੀਟਲ ਆ, ਜਿੱਥੇ ਸੂਬਾ ਤੇ ਸੈਂਟਰ ਸਰਕਾਰ ਦਾ ਬਰਾਬਰ ਦਾ ਹਿੱਸਾ, ਤੇ ਕੇਜਰੀਵਾਲ ਸਾਹਿਬ ਚੀਫ ਮਿਨਿਸਟਰ ਜਿਨ੍ਹਾਂ ਨੂੰ ਬੜਾ ਸ਼ਾਤਰ ਸਿਆਣੇ ਸਮਝਿਆ ਜਾਂਦਾ ਹੈ, ਤੇ ਉੱਥੇ ਮੋਦੀ ਸਾਹਿਬ ਵੀ ਬੈਠੇ ਆ, ਪ੍ਰਾਈਮ ਮਿਨਿਸਟਰ ਨੇ, ਉਹ ਵੀ ਬਹੁਤ ਤਾਕਤਵਰ ਪ੍ਰਾਈਮ ਮਿਨਿਸਟਰ ਮੰਨੇ ਜਾਂਦੇ ਆ। ਤੇ ਦਿੱਲੀ ਦੇ ਵਿੱਚ ਜਦੋਂ ਅੱਜ ਆਹ ਹਾਲ ਨੇ ਵੀ ਹਸਪੀਟਲ 'ਚ ਡਾਕਟਰ ਵਿਚਾਰੇ ਆਕਸੀਜਨ ਤੋਂ ਬਗੈਰ ਮਰ ਰਹੇ ਆ, ਤੇ ਤੁਸੀਂ ਆਪ ਅੰਦਾਜ਼ਾ ਲਾਓ ਵੀ ਪੰਜਾਬ ਆਪਾਂ ਕਿੰਨਾ ਇਹਨੂੰ ਹੋਰ ਖਿੱਚ ਲਾਂਗੇ ਜੇ ਆਪਾਂ ਆਪਦਾ ਖਿਆਲ ਨਾ ਰੱਖਿਆ, ਲਾਕਡਾਊਨ ਨਾ ਲਿਆਇਆ, ਤੇ ਇਹਨੂੰ ਕਿੰਨਾ ਕੁ ਹੋਰ ਇਹਨੂੰ ਐਕਸਪੈਂਡ ਰਬੜ ਨੂੰ ਕਰ ਲਾਂਗੇ ਜਦੋਂ ਦਿੱਲੀ 'ਚ ਇਹ ਹਾਲਾਤ ਨੇ। ਇਸ ਕਰਕੇ ਪੰਜਾਬ ਨੂੰ ਬਚਾਉਣਾ ਬਹੁਤ ਵੱਡੀ ਜ਼ਿੰਮੇਵਾਰੀ ਆ। ਬਹੁਤ ਇਸ਼ੂ ਚੱਲ ਰਹੇ ਆ ਪੰਜਾਬ 'ਚ, ਕਿਸਾਨਾਂ ਦਾ ਇਸ਼ੂ ਬਹੁਤ ਵੱਡਾ, ਲੋਕ ਸੜਕਾਂ 'ਤੇ ਨੇ। ਉਸ ਤੋਂ ਬਾਅਦ ਬੇਅਦਬੀ ਦਾ ਇਸ਼ੂ ਬਹੁਤ ਵੱਡਾ ਹੈ, ਉਹ ਆਉਣ ਵਾਲੇ ਦਿਨਾਂ 'ਚ ਨਜ਼ਾਰੇ ਹੋ ਰਹੇ ਆ। ਇਸ ਕਰਕੇ ਪੰਜਾਬ ਬਹੁਤ ਇਸ ਵੇਲੇ ਜਿਹੜਾ ਹੈ ਉਹ ਔਖੀ ਘੜੀ ਦੇ ਵਿੱਚ ਪੰਜਾਬ ਜਿਹੜਾ ਉਹ ਜੂਝ ਰਿਹਾ। ਇਹ ਪਰਮਾਤਮਾ ਦੀ ਕਿਰਪਾ, ਪਰਮਾਤਮਾ ਦੀ ਮਿਹਰ ਨਾਲ ਜਿਹੜਾ ਇਹ ਬਚਾਅ ਹੋ ਸਕਦਾ ਹੈ। ਇੱਕ ਗੱਲ ਮੈਂ ਹੋਰ ਕਹਿਣਾ, ਕਿਉਂਕਿ ਇੱਕ ਗੱਲ ਨੂੰ ਸਮਝੋ, ਜਿਹੜੀ ਬੋਡੀ ਆ, ਸਰੀਰ ਆ, ਬਣਤਰ ਆ ਜਿਹੜੀ, ਇਹ ਹਰੇਕ ਨੂੰ ਇਸ਼ਾਰਾ, ਇਹ ਸਿਗਨਲਸ ਦੇਣ ਲੱਗ ਜਾਂਦੀ। ਇਹ ਮੰਨਣਾ ਪਊਗਾ ਵੀ ਮੈਨੂੰ ਕੋਈ ਤਕਲੀਫ ਹੋ ਰਹੀ ਹੈ, ਪਹਿਲਾਂ ਹੀ ਦੱਸਣ ਲੱਗ ਜਾਂਦੀ ਆ। ਇਹ ਵਾਲੇ ਕਰੋਨਾ 'ਚ ਪਿਛਲੀ ਵਾਰ ਉਹ ਚੱਲ ਗਿਆ ਵੀ ਖੰਘ ਆ, ਜ਼ੁਕਾਮ ਆ, ਜਕੜਨ ਤੇ ਬੰਦੇ ਨੇ ਠੀਕ ਹੋਏ, ਇਹ 'ਚ ਨਹੀਂ ਠੀਕ ਹੋਣਾ ਜਿੰਨਾ ਚਿਰ ਤੁਸੀਂ ਦਵਾਈ ਪਰਹੇਜ਼ ਨਾ ਰੱਖਿਆ। ਇਸ ਕਰਕੇ ਜਦੋਂ ਮਾੜੇ ਜਿਹੇ ਵੀ ਸਿੰਪਟਮਸ, ਮਾੜੇ ਜਿਹੇ ਵੀ ਬਾਡੀ ਇਸ਼ਾਰਾ ਦੇਣ ਲੱਗੇ, ਕੋਈ ਤਕਲੀਫ ਆਏ, ਉਦੋਂ ਹੀ ਆਪਣੇ ਡਾਕਟਰ ਨੂੰ ਉਦੋਂ ਹੀ ਸੰਪਰਕ ਕਰ ਲਓ। ਨਹੀਂ ਤੀਜੇ ਤੀਜੇ ਦਿਨ ਇਹਨੇ ਸਿੱਧਾ ਹੀ ਜਾ ਕੇ ਤੁਹਾਡੇ ਅੰਦਰ ਜਿਹਨੂੰ ਕਹਿੰਦੇ ਆ ਇਹ ਆਕਸੀਜਨ ਦੀ ਜਿਹੜੀ ਲੋੜ ਆ, ਤੀਜੇ ਚੌਥੇ ਦਿਨ ਲੋੜ ਆਕਸੀਜਨ ਦੀ ਪੈਣ ਲੱਗ ਜਾਂਦੀ ਆ। ਇੰਨਾ ਇਹ ਖਰਾਬ ਜਿਹੜਾ ਇਹ ਇਸ ਵੇਲੇ ਆ, ਜਿਹੜਾ ਇਹ ਵੇਰੀਐਂਟ ਆ, ਜਿਹੜਾ ਇਹ ਕਰੋਨਾ ਦਾ ਖਰਾਬ ਕਰਦਾ। ਤੇ ਮੈਂ ਇੱਕ ਦੋ ਗੱਲਾਂ ਅਖੀਰ 'ਚ, ਠੀਕ ਆ, ਪੰਜਾਬ ਸਰਕਾਰ ਨੂੰ ਜ਼ਰੂਰ ਮਿਨਿਸਟਰ ਸਾਹਿਬ ਤਾਂ ਕਹਿ ਰਹੇ ਸੀ, ਏਮਸ ਦੇ ਡਾਇਰੈਕਟਰ ਸਾਹਿਬ ਨਾਲ ਉਹ ਗੱਲ ਕਰਦੇ ਵੀ ਆ, ਸੀਐਮ ਸਾਹਿਬ ਰੋਜ਼ ਇਨ ਟੱਚ ਆ, ਨੈਸ਼ਨਲ ਇੰਸਟੀਚਿਊਟ ਆਫ ਜਿਹੜੇ ਨੇ ਪੂਨਾ ਦੇ ਵਿੱਚ ਆ, ਉਹਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਕਿਉਂਕਿ ਡਾਕਟਰ ਤਾਂ ਇਲਾਜ ਕਰਦੇ ਆ, ਜਿਹੜੇ ਸਾਇੰਟਿਸਟ ਨੇ ਉਹ ਦੱਸ ਸਕਦੇ ਆ ਵੀ ਇਹਦੀ ਸਥਿਤੀ ਅੱਜ ਕੀ ਆ। ਡਾਕਟਰ ਵੀ ਦੱਸਦੇ, ਮੈਂ ਨਹੀਂ ਕਹਿੰਦਾ ਡਾਕਟਰਾਂ ਨੂੰ ਪਤਾ, ਪਰ ਜਿਹੜੇ ਸਾਇੰਟਿਸਟ ਨੇ ਉਹ ਇਹਦੀ ਹਾਲਾਤ ਕੀ ਨੇ, ਕਿਵੇਂ ਕਿੱਧਰ ਨੂੰ ਜਾ ਰਹੇ ਆ, ਉਹ ਵੀ ਬਹੁਤ ਉਹਨਾਂ ਦੀ ਜਿਹੜੀ ਆ, ਉਹਨਾਂ ਨਾਲ ਵੀ ਜਿਹੜੀ ਸਲਾਹ ਮਸ਼ਵਰਾ, ਉਹਨਾਂ ਨਾਲ ਮੀਟਿੰਗ ਜ਼ਰੂਰ ਕਰਨੀ ਚਾਹੀਦੀ ਆ। ਦੁਬਾਰਾ ਮੈਂ ਇਹ ਕਹਿਣਾ, ਸੋਸ਼ਲ ਡਿਸਟੈਂਸਿੰਗ ਜਿਹੜੀ ਦੂਰੀ ਆ ਉਹ ਬਣਾ ਕੇ ਰੱਖੋ, ਮਾਸਕ ਜਿਹੜਾ ਉਹ ਪਾ ਕੇ ਰੱਖੋ, ਬਿਲਕੁਲ ਉਹ ਤੋਂ ਬਾਹਰ ਨਾ ਨਿਕਲੋ, ਚਾਹੇ ਕੁਛ ਹੋ ਜਾਵੇ। ਤੇ ਆ ਥੋੜ੍ਹੇ ਦਿਨ ਨੇ, ਦੁਬਾਰਾ ਪਿਛਲੀ ਵਾਰ ਵੀ ਤਾਂ ਠੀਕ ਹੋ ਗਿਆ ਸੀ ਜਦੋਂ ਆਪਾਂ ਸਖਤੀ ਰੱਖੀ, ਜਦੋਂ ਆਪਾਂ ਅੰਦਰ ਰਹੇ। ਉਹ ਇਸ ਵਾਰ ਪਰ ਇਹ ਇਕੱਲਾ ਟੱਲੀਆਂ ਵਜਾ ਕੇ, ਇਸ ਵਾਰ ਥਾਲੀਆਂ ਵਜਾ ਕੇ ਕੰਮ ਨਹੀਂ ਚੱਲਣਾ। ਇਸ ਵਾਰ ਆਪਾਂ ਨੂੰ ਬੜੀ ਸਮਝਦਾਰੀ ਨਾਲ ਕੰਮ ਚੱਲਣਾ ਪੈਣਾ। ਇਸ ਵਾਰ ਤਾਂ ਪਤਾ ਨਹੀਂ ਟੱਲੀਆਂ ਵਾਲੇ ਵੀ ਕਿੱਥੇ ਚਲੇ ਗਏ, ਥਾਲੀਆਂ ਵਾਲੇ ਵੀ ਕਿੱਥੇ ਚਲੇ ਗਏ, ਉਹ ਵੀ ਨਹੀਂ ਆ ਰਹੇ ਮੂਹਰੇ।
पर इस बार जिहड़ा है वो थोड़ा जिहा जिहड़ा वो वक्रे किस्म का ये आ, ध्यान देना बड़ा जरूरी आ। मैं दोबारा देख ला कोई गल किते कोई रह ना गई होवे, पर जिवें मैं बार बार कहा ये दान आ जिहड़ा इहदी दिशा जरूर बदलण दी लोड़ आ। ते एक एक है जी, देखो एक गल मैं हुणी मेरे साथी कह रहे हैं, दस रहे हैं मैनूं भी एक गल रह गई, ये हालात देखो। मैं हुणी आ मैसेज पढ़ रही हूँ, सड़कों ते शमशान घाटां च हॉस्पिटलों डैड बॉडीज पईयां, लाशां पईयां। हुण मैं ये गल कह रहा सी भी ये लॉकडाउन लाउण दी लोड़ की है। लॉकडाउन इस करके नहीं लाउणा भी किसी का नुकसान करना, दुकानां बंद करके, फैक्ट्रियां बंद करके, जां दोबारा फिर साडे जिहड़े बिहार के लोग, यूपी के लोग आ, उन्हां दा पलायन शुरू करना। ये बहुत चीज़ां ने, पर छोटा लॉकडाउन लाउणा इस करके जरूरी आ बई हजे एक चेन तो ना दूजा इंफ्रास्ट्रक्चर जिहड़ा कि साडे कोल बहुत वड्डी कमी है, जिहड़ा बाहरों USA, अमेरिका, जर्मनी जां जिहड़े भी देश वो आ एक हफ्ते दे विच सारियां चीज़ां है जिहड़ियां वो NRIs जां जिहड़े ने साडे वो उरे पहुंच जाणगीਆਂ, पहुंचा देणगे। अज जदों नहीं रोज़ लोग फिर रहे आ बाहर लैके जा रहे आ, साडे कोल प्रबंध नहीं है। हुण जदों सारे मुल्क लग गए ने, साडे वल ध्यान उन्हां दा हो गया ते वो चीज़ां पहुँचा रहे हैं, तो ये इंफ्रास्ट्रक्चर सारा कुछ तैयार करने लई, पूरा करने लई जे आपां घट्टो घट्ट एक हफ्ते का जां 9 दिन का, 10 दिन का ये टाइम मिल जाएगा, थोड़ा डॉक्टर्स को भी साह आ जाएगा, जिन्हें सरकारां है वो भी बंदोबस्त कर लैणगियां, जिहड़ा प्रैशर आ लोकां ते वो भी घटेगा। अंदर बह के थोड़ा बीमारी है जिहड़ी एक बाहरों लैके अंदर ले आउण दा वो भी घटेगा। मैं लॉकडाउन इस करके कह रहा, कोई लॉकडाउन कोई मैं अपनी मर्जी नाल जां मैं सोच के बैठ के ये गल नहीं कहती, ये क्योंकि तैयारी हो जाएगी, सारा समान आ जिहड़ा वो आ जाएगा, तो सारा जिहड़ा अपग्रेड करना है गवर्नमेंट ने, जिहड़े अपने हॉस्पिटल ने वो कोई भी मशीनरी होर लैके आउणी है, प्रबंध होर करने हैं, तो वो थोड़ा जिहा उन्ने च साह आ जाएगा, उन्ने च जिहड़ी ऑक्सीजन की एकदम ज़्यादा लोड़ पै रही है। जदों अंदर जावांगे तो कुछ पेशेंट घटणगे, तो उहदे नाल जिहड़ा पिछों एकदम कमी आई हुई है वो थोड़ी बहुती पूरी हो जाएगी। इस करके मेरी फिर बेनती है प्राइम मिनिस्टर साहब, ये गल जिथे तक मेरी पहुँच सकती है, मुख्यमंत्री साहब साडे पंजाब दे, उन्हां तक ये लॉकडाउन जिहड़ा है ये किस तरीके नाल करना है, कद करना है, पर इसकी बहुत वड्डी अज जरूरत आ। ये बगैर हालात ने जिहड़े वो सुधार वाल नहीं जाने। मेरी जिन्नी समझ आ ये लॉकडाउन इस वेले लाउणा लोगों की जिंदगियां बहुत जरूरी है, पैसे की कमाई हो जूगी, घाटे पूरे हो जाएंगे, मददां कर दिओ तुसीं सरकारां, होर कर दिओ जो कर होगा, पर दोबारा जिहदी जान चली गई, जिहदा बाप चला गया, जिहदी माता मदर चली गई, जिहदा बच्चा चला गया, वो जिंदगी च दोबारा नहीं है। वो पीढ़ी एक जिहड़ी वो खत्म हो जाती है। तो इस करके ये बारे जल्दी तो जल्दी सोचा जाए। प्रबंध सानू देख के थले साडे कोल किन्ने ने, हालात की ने, डैथ रेट की आ, ते ये भी पता लग गया भी लखां च जदों केस हो रहे आ, 4 लाख केस, तुसीं अंदाजा तो लाओ कित्थे बैड दोगे, कित्थों ऑक्सीजन दोगे। इस करके थोड़ा चिर लॉकडाउन लाओ, मेरी तो बार बार ये बेनती आ। बाकी लुधियाने वाले खास तौर पर मेरा उन्होंने हथ जोड़ के बेनती, रब दे वास्ते जिहड़ी लक्ष्मण रेखा है वो बना लो, हफ्ता 10 दिन अंदर रहो, जरूरत की चीज़ आ, आटा, नून, तेल जो भी है वो अपना अंदर लिया के रख लो, हफ्ता ना जाओ। मैं समझदा देश भी बचजू, पंजाब भी बचजू, तो तुसीं भी बच जाओगे। जे जिउंदे हो तो जहान आ, जे जान आ तो जहान। इस करके इन्नी गल कहता होया जो गलती कही गई, कोई धर्म के नाम पर कोई गल
ਗਲਤ ਕਹੀ ਗਈ, ਕਿਸੇ ਨੂੰ ਕੋਈ ਚੋਟ ਲੱਗੀ ਆ, ਮੈਂ ਉਸ ਲਈ ਹੱਥ ਜੋੜ ਕੇ ਤੁਹਾਡੇ ਤੋਂ ਇਸ ਗੱਲ ਦੀ ਮਾਫੀ ਮੰਗਦਾ।